ਰਿਹਾ। ਅੱਛਾ ਜੀ, ਅੱਜ ਮੈਨੂੰ ਅੱਜ ਮੈਂ ਕੋਈ ਕਿਤਾਬ ਪੜ੍ਹ ਰਿਹਾ ਸਾਂ ਤੇ ਕਿਤਾਬ ਪੜ੍ਹਦਿਆਂ ਮੈਨੂੰ ਇੱਕ ਗੱਲ ਯਾਦ ਆਈ ਕਿ ਮੈਂ ਜਦੋਂ ਉਦੋਂ 9ਵੀਂ ਜਮਾਤ 'ਚ ਪੜ੍ਹਦਾ ਸਾਂ ਤੇ ਮੈਂ ਇੱਕ ਰੇਡੀਓ ਖਰੀਦ ਕੇ ਲਿਆਇਆ ਸ਼ਹਿਰੋਂ, ਤੇ ਉਹ ਪਹਿਲਾ ਰੇਡੀਓ ਸੀ ਪਿੰਡ 'ਚ, ਤੇ ਉਹ ਮੇਰਾ ਪਿਓ ਜਦੋਂ ਸੁਣਦਾ ਸੀ, ਪੂਰਾ ਪਿੰਡ ਇਕੱਠਾ ਹੋ ਜਾਂਦਾ ਹੋਣਾ। ਹਾਂਜੀ, ਨਹੀਂ, ਮੇਰਾ ਪਿਓ ਜੋ ਸੁਣਦਾ ਸੀ ਨਾ, ਤੇ ਉਹ ਹਮੇਸ਼ਾ ਸਵਾਲ ਪੁੱਛਦਾ ਸੀ ਕਿ ਇਹਦੇ ਵਿੱਚੋਂ ਆਵਾਜ਼ ਕਿੱਥੋਂ, ਕੌਣ ਬੋਲਦਾ ਇਹਦੇ ਵਿੱਚ, ਕਿਵੇਂ ਆਵਾਜ਼ ਆਉਂਦੀ ਹੈ। ਤੇ ਮੈਂ ਅੱਜ ਸਵੇਰ ਤੱਕ ਤੇ ਉਹਦੀ ਇਸ ਗੱਲ ਤੇ ਹੱਸਦਾ ਸਾਂ, ਲੇਕਿਨ ਅੱਜ ਮੈਂ ਸਵੇਰੇ ਮੇਰਾ ਹਾਸਾ ਬਿਲਕੁਲ ਬੰਦ ਹੋ ਗਿਆ, ਮੇਰੀ ਕੀ ਕਹਿੰਦੇ ਨੇ, ਮੇਰੀ ਬੰਦ ਹੋ ਗਈ, ਕਿਉਂਕਿ ਮੈਂ ਇਹ ਸੋਚਿਆ ਕਿ ਕਿਆ ਮੈਨੂੰ ਪਤਾ ਕਿ ਆਵਾਜ਼ ਕਿਵੇਂ ਆਉਂਦੀ ਹੈ। ਤੇ ਮੈਨੂੰ ਸਮਝ ਆਈ ਕਿ ਮੈਨੂੰ ਕਿਹੜਾ ਪਤਾ ਹੈ, ਮੈਂ ਤੇ ਫਰਜ਼ ਇਹ ਆਪਣਾ ਫਰਜ਼ ਕੀਤਾ ਹੈ ਕਿ ਚੂੰਕਿ ਸਾਇੰਸ ਦੀ ਗੱਲ ਹੈ ਇਸ ਵਾਸਤੇ ਠੀਕ ਹੀ ਹੋਏਗੀ, ਲੇਕਿਨ ਮੈਨੂੰ ਪਤਾ ਤੇ ਨਹੀਂ ਹੈ ਆਵਾਜ਼ ਕਿਵੇਂ ਆਉਂਦੀ ਹੈ। ਬਿਲਕੁਲ। ਤੇ ਮੇਰੇ 'ਚ ਉਹ ਇਨਕੁਇਜ਼ਿਟਿਵਨੈਸ ਵੀ ਨਹੀਂ ਹੈਗੀ ਜਿਹੜੀ ਮੇਰੇ ਪਿਓ ਦੇ ਵਿੱਚ ਹੈ। ਖੈਰ ਐਨੀਵੇ, ਤੇ ਅੱਜ ਕੀ ਕਰਨਾ, ਮੈਂ ਤੇ ਅੱਜ ਆਪਣਾ ਜਸਪਾਲ ਜੀ ਇਹ ਲਿਖਿਆ ਉਹ ਜਿਹੜਾ ਹਾਕਿੰਸ ਦੀ ਜਿਹੜੀ ਕਿਤਾਬ ਹੈ ਉਹਦਾ ਜਿਹੜਾ ਪਹਿਲਾ ਚੈਪਟਰ ਹੈ, ਬਰੀਫ ਹਿਸਟਰੀ ਆਫ ਟਾਈਮ ਦਾ, ਬਰੀਫ ਹਿਸਟਰੀ ਆਫ ਟਾਈਮ, ਹਾਂਜੀ, ਉਹਦਾ ਪਹਿਲਾ ਚੈਪਟਰ ਹੈਗਾ ਦ ਪਿਕਚਰ ਆਫ ਆਵਰ ਯੂਨੀਵਰਸ। ਚਲੋ ਜੀ, ਕਰੋ ਉਹਨੂੰ ਮੈਂ ਪੰਜਾਬੀ 'ਚ ਲਿਖਿਆ ਹੈ। ਵਾਹ ਜੀ। ਤੇ ਮੈਂ ਇਸ ਵਾਸਤੇ ਵੀ ਪੜ੍ਹਨਾ ਚਾਹੁੰਦਾ ਹੈ ਕਿ ਮੈਂ ਤੁਸੀਂ ਮੈਨੂੰ ਲਫ਼ਜ਼ਾਂ ਦਾ ਸੁਝਾਅ ਦੇ ਸਕੋ, ਤੇ ਤੁਸੀਂ ਗੌਰ ਨਾਲ ਸੁਣਨਾ ਤੇ ਨੋਟ ਕਰਦੇ ਜਾਣਾ ਕਿ ਜਿੱਥੇ ਤੁਹਾਡੇ ਖਿਆਲ 'ਚ ਇੱਕ ਅਲਟਰਨੇਟਿਵ ਲਫ਼ਜ਼ ਹੈਗਾ ਤੇ ਉਹ ਤੁਸੀਂ ਮੈਨੂੰ ਫਿਰ ਬਾਅਦ 'ਚ ਦੱਸਣਾ। ਅੱਛਾ ਜੀ, ਮੈਂ ਹੁਣ ਪੜ੍ਹਨਾ ਸ਼ੁਰੂ ਕਰਨਾ। यूनानी फलसफी अरस्तु ने यानी अरिस्टोटल ने 340 BC ਵਿੱਚ ਆਪਣੀ ਕਿਤਾਬ ਅਸਮਾਨਾਂ ਬਾਰੇ ਇਸ ਗੱਲ ਦੀਆਂ ਦੋ ਦਲੀਲਾਂ ਦਿੱਤੀਆਂ ਜੋ ਜ਼ਮੀਨ ਗੋਲ ਹੈ ਤੇ ਚਪਟੀ ਨਹੀਂ। ਉਹਦੀ ਸਭ ਤੋਂ ਪਹਿਲੀ ਦਲੀਲ ਸੀ ਜੋ ਜਦ ਚੰਦ ਗ੍ਰਹਿਣ ਹੁੰਦਾ ਹੈ ਤੇ ਜ਼ਮੀਨ ਸੂਰਜ ਤੇ ਚੰਦ ਵਿਚਕਾਰ ਆ ਜਾਂਦੀ ਹੈ ਤੇ ਚੰਦ ਤੇ ਜ਼ਮੀਨ ਦਾ, ਚੰਦ ਉੱਤੇ ਜ਼ਮੀਨ ਦਾ ਜਿਹੜਾ ਪਰਛਾਵਾਂ ਪੈਂਦਾ ਹੈ ਉਹ ਗੋਲ ਹੁੰਦਾ ਹੈ। ਮਤਲਬ ਗੋਲ ਚੀਜ਼ ਦਾ ਹੀ ਪਰਛਾਵਾਂ ਗੋਲ ਹੋ ਸਕਦਾ ਹੈ ਤੇ ਇਸ ਲਈ ਜ਼ਮੀਨ ਗੋਲ ਹੈ। ਜੇਕਰ ਜ਼ਮੀਨ ਚਪਟੀ ਹੁੰਦੀ ਤੇ ਉਸ ਦਾ ਪਰਛਾਵਾਂ ਮੁਸਤਤੀਲ ਯਾਨੀ ਟ੍ਰਾਇੰਗੂਲਰ ਹੋਣਾ ਸੀਗਾ। ਦੂਜੀ ਦਲੀਲ ਇਹ ਸੀ ਜੋ ਸ਼ਮਾਲੀ ਸਿਤਾਰਾ ਯਾਨੀ ਨਾਰਥ ਸਟਾਰ, ਜੋ ਸ਼ਮਾਲੀ ਸਿਤਾਰਾ ਸ਼ਮਾਲ ਪੋਲ ਤੇ ਹੈ, ਇਹ ਜਨੂਬੀ ਪੋਲ ਤੋਂ ਨੀਵਾਂ ਨਜ਼ਰ ਆਉਂਦਾ ਹੈ ਤੇ ਸ਼ਮਾਲ ਤੋਂ ਉੱਚਾ। ਫਿਰ ਇਹ ਵੀ ਹੈ ਜੋ ਇਸ ਨੂੰ ਇਕੁਏਟਰ ਜਾਂ ਗਬਲੀ ਲਕੀਰ ਤੋਂ ਤਕੀਏ ਤੇ ਬਿਲਕੁਲ ਸਿਰ ਦੇ ਉੱਤੇ ਹੁੰਦਾ ਹੈ। ਅਰਸਤੂ ਨੇ ਸ਼ਮਾਲ ਵਿੱਚ ਮਿਸਰ ਤੇ ਯੂਨਾਨ ਤੋਂ ਸ਼ਮਾਲੀ ਸਿਤਾਰੇ ਤੋਂ ਜ਼ਮੀਨ ਦੇ ਘੇਰੇ ਦਾ ਗਵੇੜ 4 ਲੱਖ ਸਟਾਡਾ, ਇੱਕ ਸਟਾਡਾ 200 ਗਜ਼ ਦੇ ਬਰਾਬਰ ਹੈ। 4 ਲੱਖ ਸਟਾਡਾ ਲਾਇਆ ਸੀ ਜਿਹੜਾ ਅਜੋਕੇ ਮਾਪ ਨਾਲੋਂ ਦੁਗਣਾ ਸੀ। ਯੂਨਾਨੀਆਂ ਦੀ ਇੱਕ ਹੋਰ ਤੀਜੀ ਦਲੀਲ ਇਹ ਸੀ ਜੋ ਸਮੁੰਦਰ ਵਿੱਚੋਂ ਆਉਂਦੇ ਜਹਾਜ਼ਾਂ ਦੇ ਬਾਦਵਾਨ ਜਿਹੜੇ ਹੁੰਦੇ ਨੇ ਉਹ ਪਹਿਲੇ ਦਿਸਦੇ ਨੇ ਤੇ ਜਹਾਜ਼ ਬਾਅਦ ਵਿੱਚ। ਇਸ ਦਾ ਮਤਲਬ ਹੈ ਜੋ ਜ਼ਮੀਨ ਗੋਲ ਹੈ। ਅਗਲਾ ਪੈਰਾ, ਅਰਸਤੂ ਦਾ ਵਿਚਾਰ ਸੀ ਜੋ ਜ਼ਮੀਨ ਇੱਕ ਥਾਂ ਖੜੀ ਹੈ, ਸੂਰਜ, ਚੰਦ ਤੇ ਦੂਜੇ ਅਸਮਾਨੀ ਸਿਤਾਰੇ ਉਹਦੇ ਦੁਆਲੇ ਗੋਲ ਦਾਇਰੇ ਵਿੱਚ ਘੁੰਮਦੇ ਨੇ। ਉਹਦਾ ਯਕੀਨ ਸੀ ਜੋ ਜ਼ਮੀਨ ਸੰਸਾਰ ਦੇ ਮੰਝ ਵਿੱਚ ਹੈ। ਅੱਛਾ, ਇਹ ਮੈਂ ਸੈਂਟਰ ਦਾ ਤਰਜਮਾ ਕੀਤਾ, ਵੰਝ ਕੀ ਇਹਦਾ ਮੈਂ ਤਰਜਮਾ ਮਰਕਜ਼ ਕਰ ਦਿਆਂ ਨਾ? ਮਰਕਜ਼ ਨਾ ਕਰਿਆ ਜੇ ਡਾਕਟਰ ਸਾਹਿਬ, ਦੈਟ ਇਜ਼ ਟੂ ਉਰਦੂ। ਜੇ ਤੁਸੀਂ ਦੋਨੋਂ ਪਾਸਿਆਂ ਦੇ ਲੋਕਾਂ ਨੂੰ ਪੜ੍ਹਨਾ ਦੇਣਾ ਚਾਹੁੰਦੇ ਹੋ ਨਾ, ਹਾਂ, ਨਹੀਂ, ਫਿਰ ਮੈਂ ਇਹਨੂੰ ਕਰ ਦੇਣਾ ਗੱਬ ਵਿੱਚ ਹੈ। ਗੱਬੇ, ਠੀਕ ਹੈ, ਗੱਬ ਇਸ ਠੀਕ ਹੈ, ਵਿੱਚ ਹੈ ਤੇ ਗੋਲ ਦਾਇਰੇ ਵਿੱਚ ਘੁੰਮਣਾ ਹੀ ਸਭ ਤੋਂ ਵੱਧ ਠੀਕ ਹੈ। ਇਸ ਵਿਚਾਰ ਨੂੰ ਪਟੋਲਮੀ ਨੇ ਦੂਜੀ ਸਦੀ ਵਿੱਚ ਹੋਰ ਅੱਗੇ ਵਧਾਇਆ
ਉਹਦੇ ਮਾਡਲ ਵਿੱਚ ਜ਼ਮੀਨ ਗੱਭ ਵਿੱਚ ਹੈ ਤੇ 8 ਜਹਾਨਾਂ ਨੇ, ਯਾਨੀ ਜਹਾਨ ਨਾ ਕੀਤਾ ਸਫੀਅਰਸ ਦਾ, ਤੇ 8 ਜਹਾਨਾਂ ਨੇ ਉਹਨੂੰ ਘੇਰਿਆ ਹੋਇਆ ਹੈ। ਤੇ ਵਿਚਕਾਰ ਨਹੀਂ ਕਹਿ ਸਕਦੇ? ਵਿਚਕਾਰ ਈਜ਼ੀ ਕਰੋ ਨਾ, ਵਿਚਕਾਰ ਕਹੋ, ਗੱਬੇ ਗੱਬੇ। ਤੁਸੀਂ ਇਹ ਨਾ ਲਿਖਦੇ ਜਾਓ, ਇਹਨੂੰ ਤੁਸੀਂ ਲਿਖ ਲਓ। ਓਕੇ, ਅੱਛਾ। ਤੇ 8 ਜਹਾਨਾਂ ਨੇ ਇਹਨੂੰ ਘੇਰਿਆ ਹੋਇਆ ਹੈ, ਜਿਨ੍ਹਾਂ ਵਿੱਚ ਚੰਦ, ਸੂਰਜ, ਸਿਤਾਰੇ ਤੇ 5 ਤਬਕ ਸ਼ਾਮਲ ਹਨ। ਉਸ ਵੇਲੇ ਜਿਹੜੇ 5 ਤਬਕਾਂ ਦਾ ਇਲਮ ਸੀ, ਉਹਨਾਂ ਵਿੱਚ ਮਰਕਰੀ, ਵੀਨਸ, ਮਾਰਸ, ਜੁਪੀਟਰ ਤੇ ਸੈਟਰਨ ਸਨ। ਇਹ ਤਬਕ ਨਿੱਕਿਆਂ ਦਾਇਰਿਆਂ ਵਿੱਚ ਆਪਣੇ ਆਪਣੇ ਦੁਆਲੇ ਘੁੰਮਦੇ ਨੇ ਤੇ ਇਹਨਾਂ ਦਾ ਦੱਸਿਆ ਰਸਤਾ ਬੜਾ ਪੇਚਦਾਰ ਹੈ ਤੇ ਇਹਦੇ ਅਖੀਰੀ ਹੱਦਾਂ ਤੇ ਸਿਤਾਰੇ ਖਲੋਤੇ ਹੋਏ ਹਨ, ਜਿਹੜੇ ਇੱਕ ਦੂਜੇ ਦੀ ਨਿਸਬਤ ਇੱਕੋ ਜਿਹਾ ਫਾਸਲਾ ਰਖਾਉਂਦੇ ਹਨ ਤੇ ਅਸਮਾਨ ਦੁਆਲੇ ਚੱਕਰ ਲਾਉਂਦੇ ਨੇ। ਇਸ ਤੋਂ ਅੱਗੇ ਦੇ ਬਾਰੇ ਚ ਕੁਝ ਨਹੀਂ ਕਿਹਾ ਜਾਂਦਾ ਸੀ, ਕਿਉਂ ਜੋ ਉਹ ਇਨਸਾਨੀ ਵੇਖਣ ਤੋਂ ਬਾਹਰ ਸੀ। ਪੁਟਾਲਮੀ ਦਾ ਮਾਡਲ ਕਾਫੀ ਮੁਨਾਸਬ ਸੀ, ਕਿਉਂ ਜੋ ਉਸ ਦੀ ਮਦਦ ਨਾਲ ਅਸਮਾਨੀ ਜੁੱਸਿਆਂ ਯਾਨੀ ਬੋਡੀਜ਼, ਜੁੱਸਿਆਂ ਦੀ, ਇਹ ਲਿਖ ਲਓ ਤੁਸੀਂ, ਇਹਦੇ ਅਲਟਰਨੇਟਿਵ ਅਗਰ ਕੋਈ ਲਫ਼ਜ਼ ਹੈਗਾ ਤਾਂ, ਮਦਦ ਨਾਲ ਅਸਮਾਨੀ ਜੁੱਸਿਆਂ ਦੀ ਪੋਜੀਸ਼ਨ ਬਾਰੇ ਪੇਸ਼ਗੋਈ ਕੀਤੀ ਜਾ ਸਕਦੀ ਸੀ। ਪਰ ਦੁਰਸਤ ਪੇਸ਼ਗੋਈ ਕਰਨ ਲਈ ਪੁਟਾਲਮੀ ਨੇ ਇੱਕ ਹੋਰ ਮਫਰੂਜ਼ਾ ਵੀ ਬਣਾਇਆ ਹੋਇਆ ਸੀ, ਜੋ ਚੰਦ ਦਾ ਰਸਤਾ ਅਜਿਹਾ ਹੈ ਕਿ ਉਹ ਸਾਲ ਵਿੱਚ 2 ਵਾਰੀ ਜ਼ਮੀਨ ਦੇ ਆਮ ਹਾਲਤ ਨਾਲੋਂ ਦੁੱਗਣਾ ਨੇੜੇ ਹੋ ਜਾਂਦਾ ਹੈ। ਇਸ ਮਾਡਲ ਨੂੰ ਈਸਾਈ ਗਿਰਜੇ ਨੇ ਮੰਨ ਲਿਆ ਸੀ, ਕਿਉਂ ਜੋ ਉਹ ਦਾਅਵਾ ਕਰ ਸਕਦੇ ਸਨ ਕਿ ਖਲੋਤੇ ਹੋਏ ਸਿਤਾਰਿਆਂ ਤੋਂ ਅੱਗੇ ਜੰਨਤ ਤੇ ਦੋਜ਼ਖ ਹੈ। ਇੱਕ ਸਾਦਾ ਜਿਹਾ ਮਾਡਲ ਇੱਕ ਪੋਲਿਸ਼ ਪਾਦਰੀ ਨਿਕੋਲਸ ਕੋਪਰਨਿਕਸ ਨੇ ਪੇਸ਼ ਕੀਤਾ। ਉਸ ਪਹਿਲਾਂ ਤੇ ਕੁਫਰ ਦੇ ਫਤਵੇ ਤੋਂ ਡਰ ਕੇ ਇਹ ਮਾਡਲ ਬੇਨਾਮੇ ਢੰਗ ਵਿੱਚ ਹੀ ਪੇਸ਼ ਕੀਤਾ। ਉਸ ਦਾ ਵਿਚਾਰ ਸੀ, ਜੋ ਸੂਰਜ ਗੱਭੇ ਵਿੱਚ ਇੱਕ ਥਾਂ ਖਲੋਤਾ ਹੈ ਤੇ ਜ਼ਮੀਨ ਤੇ ਦੂਜੇ ਤਬਕ ਗੋਲ ਦਾਇਰੇ ਵਿੱਚ ਉਹਦੇ ਆਲੇ ਦੁਆਲੇ ਘੁੰਮਦੇ ਨੇ। ਇਸ ਵਿਚਾਰ ਨੂੰ ਇੱਕ ਸਦੀ ਮਗਰੋਂ ਮੰਨਿਆ ਗਿਆ। ਫਿਰ 2 ਫਲਕਿਆਤੀ ਮਾਹਰਾਂ, ਅਸਮਾਨੀ ਮਾਹਰਾਂ, ਜਰਮਨ ਕੈਪਲਰ ਤੇ ਇਤਾਲਵੀ ਗੈਲੀਲੀਓ ਗੈਲੀਲੀ ਨੇ ਕੋਪਰਨਿਕਸ ਦੀ ਹਮਾਇਤ ਦਾ ਖੁੱਲ੍ਹਮ ਖੁੱਲ੍ਹਾ ਐਲਾਨ ਕੀਤਾ। ਉਹਨਾਂ ਇਸ ਦੇ ਬਾਵਜੂਦ ਐਲਾਨ ਕੀਤਾ ਜੋ ਉਹਦਾ ਘੁਮਾ ਦਾ ਵਿਚਾਰ, ਯਾਨੀ ਉਹਦਾ ਕੋਪਰਨਿਕਸ ਹੈ, ਜੋ ਉਹਦਾ ਘੁਮਾ ਦਾ ਵਿਚਾਰ ਦਿੱਖ ਮੂਜਬ ਨਹੀਂ ਸੀ। ਦਿੱਖ ਮੈਂ ਤਰਜਮਾ ਕੀਤਾ ਹੈ ਆਬਜ਼ਰਵੇਸ਼ਨ ਦਾ। ਇਹਦੇ ਵੀ ਤੁਸੀਂ ਲਿਖ ਲਓ ਅਗਰ ਕੋਈ ਅਲਟਰਨੇਟਿਵ ਲਫ਼ਜ਼ ਹੈ ਤੇ। ਇਸ ਤਰ੍ਹਾਂ ਅਰਸਤੂ ਤੇ ਪੁਟਾਲਮੀ ਦੇ ਵਿਚਾਰਾਂ ਨੂੰ ਦਫਨਾ ਦਿੱਤਾ ਗਿਆ। ਉਸੇ ਸਾਲ ਹੀ ਗੈਲੀਲੀਓ ਨੇ ਨਵੀਂ ਇਜਾਦ ਕੀਤੀ ਗਈ ਦੂਰਬੀਨ ਰਾਹੀਂ ਰਾਤ ਨੂੰ ਅਸਮਾਨ ਦੀ ਦਿੱਖ ਯਾਨੀ ਆਬਜ਼ਰਵੇਸ਼ਨ ਸ਼ੁਰੂ ਕੀਤੀ ਸੀ। ਜਦ ਗੈਲੀਲੀਓ ਨੇ ਕੁਰਰਾ ਜੁਪੀਟਰ ਨੂੰ ਵੇਖਿਆ, ਉਹਨੂੰ ਪਤਾ ਲੱਗਾ ਜੋ ਉਸ ਦੇ ਦੁਆਲੇ ਕਈ ਨਿੱਕੇ ਸੈਟੇਲਾਈਟ ਜਾਂ ਚੰਦ ਘੁੰਮਦੇ ਹਨ। ਇਸ ਦਾ ਮਤਲਬ ਇਹ ਹੋਇਆ ਜੋ ਹਰ ਅਸਮਾਨੀ ਜੁੱਸਾ ਜ਼ਮੀਨ ਦੇ ਮਦਾਰ ਦੁਆਲੇ ਨਹੀਂ ਘੁੰਮਦਾ, ਜੋ ਅਰਸਤੂ ਤੇ ਪੁਟਾਲਮੀ ਦਾ ਬਣਾਇਆ। ਇਹ ਪਤਾ ਲੱਗ ਗਿਆ ਕਿ ਜ਼ਮੀਨ ਦੇ ਦੁਆਲੇ ਨਹੀਂ ਘੁੰਮਦੇ। ਉਸ ਵੇਲੇ ਤੀਕਰ ਇਹ ਨਹੀਂ ਸੀ ਕਿਹਾ ਜਾ ਸਕਦਾ ਜੋ ਜ਼ਮੀਨ ਚਪਟੀ ਨਹੀਂ ਹੈ, ਕਿਉਂ ਜੋ ਇਹ ਵੀ ਕਿਹਾ ਜਾ ਸਕਦਾ ਸੀ ਕਿ ਜੁਪੀਟਰ ਦੇ ਚੰਦ ਬੜੇ ਪੇਚਦਾਰ ਢੰਗ ਨਾਲ ਜ਼ਮੀਨ ਦੁਆਲੇ ਘੁੰਮਦੇ ਨੇ ਤੇ ਜਾਪਦਾ ਇੰਝ ਹੈ ਜਿਵੇਂ ਉਹ ਜੁਪੀਟਰ ਦੇ ਦੁਆਲੇ ਘੁੰਮ ਰਹੇ ਹੋਣ। ਉਸ ਵੇਲੇ ਤੱਕ ਕੈਪਲਰ ਨੇ ਕੋਪਰਨਿਕਸ ਦੇ ਮਾਡਲ ਵਿੱਚ ਇਹ ਕਹਿ ਕੇ ਬਦਲੀ ਕਰ ਦਿੱਤੀ ਸੀ ਜੋ ਕੁਰਰੇ ਯਾਨੀ ਪਲੈਨਟਸ ਦਾਇਰੇ ਵਿੱਚ ਨਹੀਂ ਸਗੋਂ ਗੈਨ ਐਕਲਿਪਸ, ਇਹਦਾ ਵੀ ਤੁਸੀਂ ਸੋਚ ਲਓ ਕੀ ਲਫ਼ਜ਼ ਹੋਣਾ, ਐਕਲਿਪਸ
ਢੰਗ ਨਾਲ ਘੁੰਮਦੇ ਹਨ, ਇਸ ਨਾਲ ਹੁਣ ਪੇਸ਼ਗੋਈਆਂ ਦਖ ਦੇ ਮੁਤਾਬਕ ਹੋ ਗਈ, ਦਿੱਖ ਦੇ ਮੁਤਾਬਕ ਹੋ ਗਈ, ਯਾਨੀ ਆਬਜ਼ਰਵੇਸ਼ਨ ਦੇ ਮੁਤਾਬਕ ਹੋ ਗਈ। ਜਿੱਥੋਂ ਤੱਕ ਕੈਪਲਰ ਦਾ ਤਲਕ ਸੀ, ਉਹਦਾ ਗਹਿਣੀ ਕਮਾ ਯਾਨੀ ਮਤਲਬ ਐਕਲਿਪਟਿਕ ਆਰਬਿਟਸ ਦਾ ਮਫਰੂਜ਼ਾ ਵਕਤੀ ਸੀ, ਕਿਉਂ ਜੇ ਇਹ ਦਾਇਰੇ ਵਾਂਗ ਹੈਨ ਤੇ ਪੂਰੇ ਮੁਕੰਮਲ ਨਹੀਂ ਸੀ। ਉਸਨੇ ਤਕਰੀਬਨ ਟੇਵੇ ਨਾਲ ਹੀ ਯਾਨੀ ਬਾਈ ਐਕਸੀਡੈਂਟ ਉਸਨੇ ਤਕਰੀਬਨ ਟੇਵੇ ਨਾਲ ਹੀ ਗਹਿਣੀ ਘੁਮਾ ਲੱਭ ਲਿਆ ਸੀ, ਐਕਲਿਪਟਿਕ ਰੋਟੇਸ਼ਨ ਲੱਭ ਲਈ ਸੀ, ਜਿਹੜਾ ਦਿਖਾਂ ਨਾਲ ਪੂਰਾ ਉੱਤਰ ਸੀ। ਪਰ ਉਹ ਇਸ ਨੂੰ ਇਸ ਖਿਆਲ ਨਾਲ ਨਾ ਜੋੜ ਸਕਿਆ ਜੋ ਕੁਰੇ ਯਾਨੀ ਆਰਬਿਟਸ ਕਿਉਂ ਸੂਰਜ ਦੁਆਲੇ ਖਿੱਚ ਪਾਰੋਂ ਚੱਕਰ ਲਾਉਂਦੇ ਹਨ। ਖਿੱਚ ਮੈਂ ਕੀਤਾ ਤਰਜਮਾ ਗ੍ਰੈਵਿਟੀ ਦਾ, ਗ੍ਰੈਵਿਟੀ ਪਾਰੋਂ ਯਾਨੀ ਖਿੱਚ ਪਾਰੋਂ ਚੱਕਰ ਲਾਉਂਦੇ ਹਨ। ਇਸ ਦਾ ਬਿਆਨ ਬਹੁਤ ਬਾਅਦ ਵਿੱਚ 1787 ਵਿੱਚ ਹੋਇਆ, ਜਦੋਂ ਸਰ ਇਸਹਾਕ ਨਿਊਟਨ ਨੇ ਆਪਣੀ ਕਿਤਾਬ ਪ੍ਰਿੰਸੀਪੀਆ ਮੈਥਮੈਟਿਕਾ ਛਾਪੀ। ਸ਼ਾਇਦ ਇਹ ਜੁੱਸਿਆਂ ਦੀ ਸਾਇੰਸ ਤੇ ਮਾਦੀ ਸਾਇੰਸਾਂ ਤੇ ਛਪਣ ਵਾਲੀਆਂ ਕਿਤਾਬਾਂ ਵਿੱਚੋਂ ਸਭ ਤੋਂ ਟੀਸੀ ਤੇ ਸੀ। ਨਿਊਟਨ ਨੇ ਨਾ ਸਿਰਫ ਇਹ ਬਿਆਨ ਕੀਤਾ ਜੋ 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 ਜੁੱਸੇ ਕਿਵੇਂ ਥਾਂ ਤੇ ਵੇਲੇ ਵਿੱਚ ਟੁਰਦੇ ਹਨ, ਸਪੇਸ ਤੇ ਟਾਈਮ, ਸਪੇਸ ਦਾ ਮੈਂ ਤਰਜਮਾ ਥਾਂ ਕੀਤਾ, ਵੇਲੇ ਦਾ ਟਾਈਮ ਦਾ ਵੇਲਾ, ਤੇ ਵੇਲੇ ਵਿੱਚ ਟੁਰਦੇ ਹਨ, ਸਗੋਂ ਉਹਨੇ ਇਸ ਟੁਰਨ ਦੇ ਨਿਖੇੜ ਲਈ ਮੈਥਮੈਟਿਕਸ ਯਾਨੀ ਰਿਆਜ਼ੀ ਦੇ ਪੇਜ ਦਾ ਢੰਗ ਵੀ ਪੇਸ਼ ਕਰ ਦਿੱਤੇ। ਨਿਊਟਨ ਨੇ ਇਹ ਵਿਚਾਰ ਵੀ ਦਿੱਤਾ ਜੋ ਖਿੱਚ ਦਾ ਉਹ ਕਿਹੜਾ ਕਾਨੂੰਨ ਹੈ, ਯਾਨੀ ਗ੍ਰੈਵਿਟੇਸ਼ਨ ਦਾ ਉਹ ਕਿਹੜਾ ਕਾਨੂੰਨ ਹੈ ਜਿਸ ਨਾਲ ਸੰਸਾਰ ਦਾ ਹਰ ਜੁੱਸਾ ਇੱਕ ਦੂਜੇ ਵੱਲ ਖਿੱਚਦਾ ਹੈ। ਇਸ ਖਿੱਚ ਦਾ ਜ਼ੋਰ ਵਧੇਰੇ ਹੋ ਜਾਂਦਾ ਹੈ ਜਦ ਜੁੱਸੇ ਦਾ ਘੇਰ ਮੋਕਲਾ ਹੋਵੇ ਤੇ ਉਹ ਇੱਕ ਦੂਜੇ ਦੇ ਨੇੜੇ ਹੋਣ। ਇਹੋ ਹੀ ਖਿੱਚ ਹੈ ਜਿਸ ਪਾਰੋਂ ਉੱਤੋਂ ਸੁੱਟੀਆਂ ਛਾਵਾਂ ਜ਼ਮੀਨ ਤੇ ਡਿੱਗਦੀਆਂ ਨੇ। ਨਿਊਟਨ ਨੇ ਹੋਰ ਇਹ ਵਿਖਾਇਆ ਜੋ ਉਹਦੇ ਦੱਸੇ ਖਿੱਚ ਦੇ ਕਾਨੂੰਨ ਦੇ ਹਿਸਾਬ ਨਾਲ ਕਿਵੇਂ ਖਿੱਚ ਯਾਨੀ ਗ੍ਰੈਵਿਟੀ ਚੰਦ ਨੂੰ ਜ਼ਮੀਨ ਦੁਆਲੇ ਗਹਿਣੀ ਢੰਗ ਵਿੱਚ ਘੁਮਾਉਂਦੀ ਹੈ। ਇਸ ਤੋਂ ਇਹ ਗੱਲ ਵੀ ਨਿਕਲੀ ਜੋ ਕਿਵੇਂ ਜ਼ਮੀਨ ਤੇ ਹੋਰ ਕੁਰੇ ਸੂਰਜ ਦੁਆਲੇ ਗਹਿਣੀ ਢੰਗ ਵਿੱਚ ਘੁੰਮਦੇ ਹਨ। ਕੋਪਰਨੀਕਸ ਦੇ ਮਾਡਲ ਨਾਲ ਪਟਾਲਮੀ ਦਾ ਅਸਮਾਨੀ ਆਲ ਦੁਆਲ ਦਾ ਨਜ਼ਰੀਆ ਵੀ ਮੁੱਕ ਗਿਆ ਤੇ ਇਹ ਵੀ ਪਤਾ ਲੱਗ ਗਿਆ ਜੋ ਸੰਸਾਰ ਦੀ ਕੋਈ ਕੁਦਰਤੀ ਹੱਦਾਂ ਨਹੀਂ ਹੈ। ਉਹਦੇ ਦੱਸੇ ਹੋਏ ਖਲੋਤੇ ਤੇ ਬੱਝੇ ਸਿਤਾਰੇ ਆਪਣੀ ਥਾਂ ਜਾਂ ਟਿਕਾਣਾ ਨਹੀਂ ਸੀ ਬਦਲਦੇ, ਬਸ ਸਿਰਫ ਅਸਮਾਨ ਤੇ ਜ਼ਮੀਨ ਦੇ ਆਪਣੇ ਧੁਰੇ ਯਾਨੀ ਐਕਸਸ ਆਪਣੇ ਹੀ ਧੁਰੇ ਦੇ ਘੁੰਮਣ ਪਾਰੋਂ ਅਸਮਾਨ ਤੇ ਚੱਕਰ ਮਾਰਦੇ ਸਨ। ਇਹਨਾਂ ਸਾਰਿਆਂ ਬਾਰੇ ਇਹ ਗੇੜ ਲਾਇਆ ਜਾਂਦਾ ਸੀ ਜੋ ਇਹ ਸਾਡੇ ਸੂਰਜ ਵਾਂਗ ਬਹੁਤ ਦੂਰ ਹੈ। ਨਿਊਟਨ ਨੂੰ ਚਾਨਣ ਹੋਇਆ ਜੋ ਉਹਦੀ ਖਿੱਚ ਜੁੜਤਾ। ਇਹ ਮੈਂ ਹੁਣ ਮੈਨੂੰ ਲਫ਼ਜ਼ ਥਿਊਰੀ ਦਾ ਜਿਹੜਾ ਨਹੀਂ ਲੱਭ ਰਿਹਾ ਤੇ ਮੈਂ ਅੱਜ ਫਿਲਹਾਲ ਉਹਨੂੰ ਜੁੜਤਾ ਗਿਆ ਹੈ ਜੋ ਉਹਦੀ ਗ੍ਰੈਵਿਟੀ ਥਿਊਰੀ ਮੁਤਾਬਕ ਜਿਸ ਤਾਰੇ ਇੱਕ ਦੂਜੇ ਨੂੰ ਖਿੱਚ ਪਾਉਂਦੇ ਹਨ ਤੇ ਉਹ ਖਲੋਤੇ ਹੋਏ ਨਹੀਂ ਹੋ ਸਕਦੇ, ਕੀ ਉਹ ਸਾਰੇ ਇੱਕ ਹੀ ਨੁਕਤੇ ਤੇ ਇਕੱਠੇ ਢਹਿ ਨਹੀਂ ਸਕਦੇ ਸਨ? ਯਾਨੀ ਜਦੋਂ ਖਿੱਚਦੇ ਨੇ ਇੱਕ ਦੂਜੇ ਨੂੰ ਆਪਣੇ ਵੱਲ ਤਾਂ ਇੱਕ ਹੀ ਨੁਕਤੇ ਤੇ ਉਹ ਢਹਿ ਕਿਉਂ ਨਹੀਂ ਸਕਦੇ? ਨਿਊਟਨ ਦੀ ਦਲੀਲ ਸੀ ਜੋ ਇਹ ਹੋ ਸਕਦਾ ਸੀ ਜਿਸ ਤਾਰੇ ਹੱਦੀ ਥਾਂ ਤੇ ਵੰਡੇ ਹੁੰਦੇ, ਯਾਨੀ ਲਿਮਿਟਡ ਥਾਂ ਦੇ ਉੱਤੇ ਅਗਰ ਵੰਡੇ ਹੁੰਦੇ ਤੇ ਉਹਨਾਂ ਨੇ ਖਿੱਚ ਕੇ ਡਿੱਗ ਜਾਣਾ ਸੀ। ਪਰ ਜਿਸ ਤਾਰੇ ਅਣਗਿਣਤ ਹੈ ਯਾਨੀ ਅਨਲਿਮਿਟਡ ਹੈ ਤੇ ਉਹ ਸਮੇਤ ਥਾਂ ਤੇ ਲਿਮਿਟਡ ਥਾਂ ਤੇ ਇੱਕ ਹੀ ਪ੍ਰਬੰਧ ਨਾਲ ਵੰਡੇ ਹੋਏ ਹਨ ਤੇ ਇਹ ਨਹੀਂ ਹੋਵੇਗਾ ਕਿਉਂਕਿ ਇਹਨਾਂ ਦੇ ਵਿਚਕਾਰ ਕੋਈ ਗਬਲਾ ਨੁਕਤਾ ਨਹੀਂ ਹੋਵੇਗਾ ਜਿੱਥੇ ਇਹ ਡਿੱਗ ਸਕਣ। ਇਹ ਦਲੀਲ ਉਸ ਨਕਸ਼ ਦੀ ਮਿਸਾਲ ਹੈ ਜਿਹੜੀ ਅਸਮੇਤ ਯਾਨੀ ਇਨਫਿਨਿਟ ਬਾਰੇ ਗੱਲ ਕਰਦਿਆਂ ਸਾਹਮਣੇ ਆਉਂਦੀ ਹੈ। ਅਸਮੇਤ ਸੰਸਾਰ ਵਿੱਚ ਹਰ ਨੁਕਤਾ ਗਬਲਾ ਹੁੰਦਾ ਹੈ ਕਿਉਂ ਜੋ ਹਰ ਨੁਕਤੇ ਦੇ ਦੁਆਲੇ ਅਸਮੇਤ ਸਿਤਾਰੇ ਹੁੰਦੇ ਨੇ।
दुरुस्त तरीका यह सी जो पहला समेत हालत नूं मिथ्या जांदा ते सितारिਆਂ ਨੂੰ ਇੱਕ ਦੂਜੇ ਤੇ ਡਿੱਗਦਾ ਮੰਨਿਆ ਜਾਂਦਾ। ਫਿਰ ਇਹ ਸਵਾਲ ਪੁੱਛਿਆ ਜਾਂਦਾ ਜੋ ਇਸ ਹਾਲਤ ਵਿੱਚ ਇਸ ਗੱਲ ਨਾਲ ਕੀ ਬਦਲੀ ਆਏਗੀ ਜੇ ਅਸੀਂ ਹੋਰ ਸਿਤਾਰੇ ਇਸ ਯੂ ਯਾਨੀ ਰੀਜਨ ਤੋਂ ਬਾਹਰ ਵੰਡ ਦੇਈਏ। ਨਿਊਟਨ ਵੀ ਖਿੱਚ ਜੁੜਤਾ ਯਾਨੀ ਗ੍ਰੈਵਿਟੀ ਥਿਊਰੀ ਦੇ ਹਿਸਾਬ ਇਸ ਨਾਲ ਕੋਈ ਫਰਕ ਨਹੀਂ ਪਵੇਗਾ ਤੇ ਸਿਤਾਰੇ ਫੇਰ ਵੀ ਢਹਿਣਗੇ। ਇਸ ਤਰ੍ਹਾਂ ਅਸੀਂ ਜਿੰਨੇ ਮਰਜ਼ੀ ਸਿਤਾਰੇ ਵਧਾਉਂਦੇ ਜਾਈਏ ਪਰ ਉਹ ਫੇਰ ਵੀ ਆਪਣੇ ਆਪ ਢਹਿਣਗੇ। ਹੁਣ ਸਾਨੂੰ ਸੁਰ ਹੈ ਕਿ ਸੰਸਾਰ ਦਾ ਖਲੋਤਾ ਅਸਮੇਤ ਮਾਡਲ ਯਾਨੀ ਸਟੈਟਿਕ ਇਨਫਿਨਿਟ ਮਾਡਲ ਹੋ ਨਹੀਂ ਸਕਦਾ ਜਿਸ ਵਿੱਚ ਜਿਸ ਵਿੱਚ ਖਿੱਚ ਸਦਾ ਖਿੱਚਵੀਂ ਹੋਵੇ। ਇਹ ਸੋਚ ਵੀ ਬੜੀ ਸਵਾਦਲੀ ਹੈ। ਮੈਂ ਇਹ ਸਵਾਦਲੀ ਕੀਤਾ ਇੰਟਰਸਟਿੰਗ ਦਾ। ਇਹ ਸੋਚ ਵੀ ਬੜੀ ਸਵਾਦਲੀ ਹੈ ਜੋ ਆਲ ਦੁਆਲਾ ਅਜਿਹਾ ਸੀ ਜੋ ਕਿਸੇ ਨੂੰ ਇਹ ਖਿਆਲ ਹੀ ਨਹੀਂ ਆਇਆ ਕਿ ਉਹ ਇਹ ਸੁਝਾਅ ਦਿੰਦਾ ਕਿ ਸੰਸਾਰ ਜਾਂ ਫੈਲ ਰਿਹਾ ਤੇ ਜਾਂ ਸੁੰਗੜ ਰਿਹਾ। ਆਮ ਤੌਰ ਤੇ ਇਹੋ ਮੰਨਿਆ ਜਾਂਦਾ ਸੀ ਜੋ ਜਾਂ ਤੇ ਸੰਸਾਰ ਐਸੇ ਹਾਲਤ ਵਿੱਚ ਬਿਨਾਂ ਬਦਲੇ ਸਦਾ ਤੋਂ ਹੈ ਤੇ ਜਾਂ ਇਹ ਕਿਸੇ ਖਾਸ ਪਲ ਤੇ ਇੰਜ ਹੀ ਸਿਰਜਿਆ ਗਿਆ ਸੀ ਜਿਵੇਂ ਅਸੀਂ ਇਹਨੂੰ ਵੇਖਦੇ ਹਾਂ। ਹੋ ਸਕਦਾ ਹੈ ਜੋ ਇਹ ਮਾਨਤਾ ਇਸ ਲਈ ਹੋਵੇ ਜੋ ਉਸ ਵੇਲੇ ਅਬਦੀ ਯਾਨੀ ਇਟਰਨਲ ਸੱਚਾ ਨੂੰ ਮੰਨੇ ਜਾਣ ਦਾ ਵਿਹਾਰ ਸੀ ਤੇ ਇਸ ਗੱਲ ਤੇ ਦਿਲ ਦਾ ਚੈਨ ਮਿਲਦਾ ਸੀ ਕਿ ਭਾਵੇਂ ਅਸੀਂ ਫਾਨੀ ਆ ਪਰ ਸੰਸਾਰ ਤੇ ਸਦਾਵਰਤ ਹੈ ਨਾ। ਉਹ ਵੀ ਜਿਹੜੇ ਨਿਊਟਨ ਦੀ ਖਿੱਚ ਜੁੜਤਾ ਯਾਨੀ ਗ੍ਰੈਵਿਟੀ ਥਿਊਰੀ ਦੀ ਖਬਰ ਰੱਖਦੇ ਸਨ ਜੋ ਸੰਸਾਰ ਖਲੋਤਾ ਨਹੀਂ ਹੋ ਸਕਦਾ, ਉਹ ਵੀ ਇਸ ਵੇੜ ਤੇ ਨਾ ਪੁੱਛ ਸਕੇ ਜੋ ਸੰਸਾਰ ਫੈਲ ਰਿਹਾ। ਇਸ ਦੀ ਥਾਂ ਉਹਨਾਂ ਨੇ ਇਸ ਜੁੜਤਾ ਵਿੱਚ ਯਾਨੀ ਇਸ ਥਿਊਰੀ ਵਿੱਚ ਇਹ ਵੜ ਦਿੱਤਾ ਜੋ ਬਹੁਤੀ ਹੀ ਦੂਰ ਤੇ ਖਿੱਚ ਧੱਕਵੀਂ ਬਣ ਜਾਂਦੀ ਹੈ ਯਾਨੀ ਰਿਪਲਸਿਵ ਹੋ ਜਾਂਦੀ ਹੈ। ਜਦੋਂ ਬਹੁਤ ਦੂਰ ਹੁੰਦੀ ਹੈ ਤੇ ਉਹ ਰਿਪਲਸਿਵ ਹੋ ਜਾਂਦੀ ਹੈ। ਇਸ ਨਾਲ ਉਹਨਾਂ ਦਿਆਂ ਕੁਰਿਆਂ ਦੇ ਘੁਮਾ ਬਾਰੇ ਪੇਸ਼ਗੋਈਆਂ ਤੇ ਕੋਈ ਅਸਰ ਨਹੀਂ ਪਿਆ ਪਰ ਇਸ ਨਾਲ ਉਹ ਅਣਗਿਣਤ ਸਿਤਾਰਿਆਂ ਦੀ ਵੰਡ ਦੇ ਸਾਹਮਣੇ ਹੋਣ ਨੂੰ ਯਾਨੀ ਇਕੁਇਲਿਬਰੀਅਮ ਵਿੱਚ ਹੋਣ ਨੂੰ ਮੰਨਦਿਆਂ ਇੰਜ ਦੱਸਣ ਲੱਗ ਪਏ ਜੋ ਨੇੜੇ ਦੇ ਸਿਤਾਰੇ ਇੱਕ ਦੂਜੇ ਨੂੰ ਆਪਣੇ ਵੱਲ ਖਿੱਚਦੇ ਹਨ ਤੇ ਉਹਦੇ ਤੋੜ ਵਿੱਚ ਦੂਰ ਦੇ ਸਿਤਾਰੇ ਇੱਕ ਦੂਜੇ ਨੂੰ ਧੱਕਦੇ ਹਨ। ਹੁਣ ਸਾਨੂੰ ਪਤਾ ਹੈ ਜੋ ਸਿਤਾਰਿਆਂ ਦਾ ਅਜਿਹਾ ਸਾਹਮਾ ਯਾਨੀ ਇਕੁਇਲਿਬਰੀਅਮ ਖਿਚਕੂ ਹੋਣਾ ਸੀ। ਖਿਚਕੂ ਤੇ ਮੈਂ ਕੀਤਾ ਤਰਜਮਾ ਅਨਸਟੇਬਲ ਦਾ। ਜੇ ਕਦੀ ਵੀ ਕੋਈ ਸਿਤਾਰੇ ਭੋਰਾ ਜਿਹਾ ਵੀ ਇੱਕ ਦੂਜੇ ਦੇ ਨੇੜੇ ਆ ਜਾਂਦੇ ਤੇ ਉਹਨਾਂ ਵਿਚਕਾਰ ਖਿੱਚ ਦਾ ਜ਼ੋਰ ਧੱਕਵੇਂ ਨਾਲੋਂ ਵਧੇਰ ਹੋ ਜਾਣਾ ਸੀ ਤੇ ਸਿਤਾਰਿਆਂ ਨੇ ਇੱਕ ਦੂਜੇ ਤੇ ਢਹਿ ਪੈਣਾ ਸੀ। ਇਸ ਦੇ ਉਲਟ ਜੇ ਸਿਤਾਰੇ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਤੇ ਧੱਕਵੇਂ ਦਾ ਜ਼ੋਰ ਵੱਧ ਜਾਣਾ ਸੀ ਤੇ ਉਹਨਾਂ ਇੱਕ ਦੂਜੇ ਤੋਂ ਦੂਰ ਹੋ ਜਾਣਾ ਸੀ। ਖਲੋਤਾ ਤੇ ਸੰਸਾਰ ਬਾਰੇ ਇੱਕ ਹੋਰ ਇਤਰਾਜ਼ ਹੈ ਜਿਹੜਾ ਹੈਨਰਿਕ ਔਲਬਰਜ਼ ਨੇ ਆਪਣੀ ਜੁੜਤਾ ਯਾਨੀ ਥਿਊਰੀ ਵਿੱਚ 1823 ਵਿੱਚ ਚੁੱਕਿਆ ਸੀ। ਸੱਚੀ ਗੱਲ ਤੇ ਇਹ ਹੈ ਜੋ ਨਿਊਟਨ ਦੇ ਹੋਰ ਹਾਣੀਆਂ ਨੇ ਵੀ ਇਸ ਮਸਲੇ ਨੂੰ ਚੁੱਕਿਆ ਸੀ ਤੇ ਔਲਬਰਜ਼ ਦਾ ਮਜ਼ਮੂਨ ਕੋਈ ਪਹਿਲ ਨਹੀਂ ਸੀ ਜਿਸ ਵਿੱਚ ਵਜ਼ਨੀ ਦਲੀਲਾਂ ਦਿੱਤੀਆਂ ਗਈਆਂ ਹੋਣ। ਮੁਸ਼ਕਿਲ ਇਹ ਹੈ ਜੋ ਸਮੇਤ ਖਲੋਤੇ ਸੰਸਾਰ ਵਿੱਚ ਸਟੈਟਿਕ ਇਨਫਿਨਿਟ ਯੂਨੀਵਰਸ ਵਿੱਚ ਜਿਸਮ ਦੀ ਹਰ ਲੀਕ ਸਿਤਾਰੇ ਦੀ ਸਤ੍ਹਾ ਉੱਤੇ ਅਖੀਰ ਤੇ ਦਿਸੇਗੀ। ਇਸ ਕਰਕੇ ਉਮੀਦ ਇਹ ਹੋਵੇਗੀ ਜੋ ਰਾਤ ਨੂੰ ਸਾਰਾ ਅਸਮਾਨ ਸੂਰਜ ਵਾਂਗ ਚਮਕੇਗਾ। ਔਲਬਰਜ਼ ਦੀ ਦਲੀਲ ਇਹ ਸੀ ਜੋ ਦੂਰ ਦੇ ਸਿਤਾਰਿਆਂ ਦੀ ਰੋਸ਼ਨੀ ਵਿੱਚ ਵਿਚਕਾਰ ਮਾਦੇ ਵਿੱਚ ਜਜ਼ਬ ਹੋ ਕੇ ਨਿਮੀ ਹੁੰਦੀ ਜਾਵੇਗੀ। ਇਹ ਜਿਹੜੇ ਬਹੁਤ ਦੂਰ ਸਿਤਾਰੇ ਨੇ ਉਹਨਾਂ ਦੀ ਰੋਸ਼ਨੀ ਵਿੱਚੋਂ ਆਪਣਾ ਅਬਜ਼ਾਰਬ ਹੋ ਕੇ ਮਾਦੇ ਵਿੱਚ ਤੇ ਉਹ ਨਿਮੀ ਹੋ ਜਾਏਗੀ। ਪਰ ਜੇਕਰ ਇਹ ਮੰਨ ਲਿਆ ਜਾਵੇ ਤੇ ਵਿਚਕਾਰ ਦਾ ਮਾਦਾ ਹੌਲੀ ਹੌਲੀ ਇੰਨਾ ਤਪ ਜਾਵੇਗਾ ਜੋ ਉਸ ਦਾ ਚਾਨਣ ਵੀ ਸਿਤਾਰਿਆਂ ਜਿੰਨਾ ਹੀ ਹੋ ਜਾਵੇਗਾ। ਇਸ ਤੋਂ
ਬਚਾ ਕੇ ਰਾਤ ਨੂੰ ਅਸਮਾਨ ਸੂਰਜ ਵਾਂਗ ਨਾ ਚਮਕ ਸਕੇ, ਇਹੋ ਮੰਨ ਕੇ ਹੋ ਸਕਦਾ ਹੈ ਜੋ ਸਿਤਾਰੇ ਸਦਾ ਚਮਕਦੇ ਨਹੀਂ ਹਨ ਤੇ ਉਹ ਗੁਜ਼ਰੇਲ ਵੇਲੇ ਵਿੱਚ ਕਿਸੇ ਖਾਸ ਵੇਲੇ ਤੇ ਬੁੱਝ ਗਏ ਸਨ। ਇਸ ਪੱਖ ਨਾਲੋਂ ਵਿਚਕਾਰ ਦਾ ਮਾਦਾ ਤਪਿਆ ਨਹੀਂ ਹੋਵੇਗਾ ਤੇ ਜਾਂ ਦੂਰ ਤੇ ਸਿਤਾਰਿਆਂ ਦੀ ਰੋਸ਼ਨੀ ਅਜੇ ਸਾਡੇ ਜ਼ਿਕਰ ਉਪੜੀ ਹੀ ਨਹੀਂ ਹੋਵੇਗੀ। ਇਸ ਤੋਂ ਇਹ ਸਵਾਲ ਸਾਹਮਣੇ ਆਉਂਦਾ ਹੈ, ਜੋ ਕਿਹੜੇ ਕਾਰਨ ਪਾਰੋਂ ਸਿਤਾਰਿਆਂ ਵਿੱਚ ਚਮਕ ਆਈ ਹੋਵੇਗੀ। ਸੰਸਾਰ ਦੇ ਸ਼ੁਰੂ ਬਾਰੇ ਚਿਰਾਂ ਤੋਂ ਬਹਿਸ ਹੋ ਰਹੀ ਹੈ। ਯਹੂਦੀ, ਈਸਾਈ ਤੇ ਮੁਸਲਮਾਨਾਂ ਦੀ ਮਾਨਤਾ ਮੁਜਬ ਸੰਸਾਰ ਇੱਕ ਖਾਸ ਵੇਲੇ ਵਿੱਚ, ਸੰਸਾਰ ਦੀ ਸਿਰਜਣਾ ਇੱਕ ਖਾਸ ਵੇਲੇ ਵਿੱਚ ਹੋਈ ਸੀ। ਇਸ ਦੇ ਹੱਕ ਵਿੱਚ ਇਹ ਦਲੀਲ ਦਿੱਤੀ ਜਾਂਦੀ ਸੀ ਜੋ ਹਰ ਵਾਰਤਾ ਯਾਨੀ ਈਵੈਂਟ, ਜੋ ਹਰ ਵਾਰਤਾ ਦੇ ਪਿੱਛੇ ਇੱਕ ਦੂਜੀ ਵਾਰਤਾ ਜਾਂ ਕਾਰਨ ਹੁੰਦਾ ਹੈ। ਜੇਕਰ ਇਹ ਮੰਨਿਆ ਜਾਵੇ ਕਿ ਸੰਸਾਰ ਦਾ ਪਹਿਲਾ ਕਾਰਨ ਖੁਦਾ ਸੀ, ਉਸ ਵੇਲੇ ਤੀਕਰ ਇਹ ਮੰਤਕੀ ਦਲੀਲ ਮੁੱਕ ਨਹੀਂ ਸਕੇਗੀ। ਯਾਨੀ ਸਾਨੂੰ ਮੰਨਣਾ ਪਏਗਾ ਕਿ ਇਹਦਾ ਕੋਈ ਪਹਿਲਾ ਕਾਰਨ ਸੀ। ਇਸ ਲਈ ਖੁਦਾ ਨੂੰ ਪਹਿਲਾ ਕਾਰਨ ਮੰਨਿਆ ਜਾਂਦਾ ਸੀ। ਸੇਂਟ ਆਗਸਟਾਈਨ ਨੇ ਆਪਣੀ ਕਿਤਾਬ ਖੁਦਾ ਦਾ ਸ਼ਹਿਰ ਵਿੱਚ ਇਹ ਦਲੀਲ ਦਿੱਤੀ ਸੀ, ਜੋ ਵਸੇਬ ਅੱਗੇ ਵਧ ਰਿਹਾ ਹੈ ਤੇ ਇਸ ਦੇ ਵਧਣ ਦੀ ਤਕਨੀਕ ਨੂੰ ਬਣਾਉਣ ਵਾਲਾ ਕੋਈ ਜ਼ਰੂਰ ਹੋਵੇਗਾ। ਆਗਸਟਾਈਨ ਇਸ ਦਾਅਵੇ ਦਾ ਹਾਮੀ ਸੀ ਜੋ ਸੰਸਾਰ 5000 BC ਵਿੱਚ ਸਿਰਜਿਆ ਗਿਆ ਸੀ। ਇਹ ਮਜ਼ੇ ਦੀ ਗੱਲ ਹੈ ਜੋ ਇਹ ਬਰਫ਼ ਬਾਰੇ ਯਾਨੀ ਆਈਸ ਏਜ ਦੇ ਲਾਗੇ ਹੈ। ਆਰਕੀਓਲੋਜਿਸਟਾਂ ਦਾ ਮੰਨਣਾ ਹੈ ਜੋ ਵਸੇਬ ਬਰਫ਼ ਬਾਰੇ ਤੋਂ ਮਗਰੋਂ ਹੋਇਆ। ਅਰਸਤੂ ਤੇ ਹੋਰ ਯੂਨਾਨੀ ਫਲਸਫੀਆਂ ਨੂੰ ਖੁਦਾ ਦੇ ਸਿਰਜਣ ਵਾਲਾ, ਕ੍ਰੀਏਟ ਕਰਨ ਵਾਲਾ ਵਿਚਾਰ ਭੈੜਾ ਲੱਗਦਾ ਸੀ, ਕਿਉਂ ਇਸ ਨਾਲ ਸੰਸਾਰ ਵਿੱਚ ਖੁਦਾ ਦੇ ਦਖਲ ਦੇਵਣ ਦਾ ਮੰਨਣਾ ਪੈਂਦਾ ਸੀ। ਉਹਨਾਂ ਦਾ ਮੰਨਣਾ ਸੀ ਜੋ ਸੰਸਾਰ ਤੇ ਉਸ ਤੇ ਰਹਿੰਦੇ ਇਨਸਾਨ ਸਦਾ ਤੋਂ ਮੌਜੂਦ ਸਨ ਤੇ ਮੌਜੂਦ ਰਹਿਣਗੇ। ਇਹੋ ਜਿਹੇ ਕਦੀਮ ਲੋਕਾਂ ਦੀ ਦਲੀਲ ਸੀ ਜੋ ਸੰਸਾਰ ਵਿੱਚ ਹੜ੍ਹ, ਤੂਫਾਨ ਤੇ ਬਲਾਵਾਂ ਸਮਾਜ ਨੂੰ ਮੁਕਾ ਦਿੰਦੀਆਂ ਨੇ ਤੇ ਇਨਸਾਨ ਫਿਰ ਨਵੇਂ ਸਿਰੇ ਤੋਂ ਵਸੇਬ ਬਣਾਉਣਾ ਸ਼ੁਰੂ ਕਰਦਾ ਹੈ। ਅਸੀਂ ਅੱਗੇ ਜਾ ਕੇ ਦੇਖਾਂਗੇ ਜੋ ਸੰਸਾਰ ਦੇ ਬਣਨ ਤੋਂ ਪਹਿਲਾਂ ਵੇਲੇ ਦਾ ਕੋਈ ਤਸੱਵਰ ਨਹੀਂ ਸੀ, ਟਾਈਮ ਦਾ ਕੋਈ ਕਾਨਸੈਪਟ ਨਹੀਂ ਸੀ। ਜਦੋਂ ਸੇਂਟ ਆਗਸਟਾਈਨ ਨੂੰ ਪੁੱਛਿਆ ਗਿਆ ਜੋ ਖੁਦਾ ਸੰਸਾਰ ਦੇ ਬਣਨ ਵੇਲੇ ਤੋਂ ਪਹਿਲਾਂ ਕੀ ਕਰਦਾ ਸੀ, ਤੇ ਉਸ ਦਾ ਜਵਾਬ ਸੀ ਜੋ ਵੇਲਾ ਆਪ ਸੰਸਾਰ ਦੇ ਮਗਰੋਂ ਬਣਿਆ ਹੈ। ਜਿਨੀ ਜੋ ਸੰਸਾਰ ਬਣ ਗਿਆ ਫਿਰ ਵੇਲੇ ਦਾ ਕਾਨਸੈਪਟ ਹੈ। ਜਦੋਂ ਇਹ ਮੰਨਿਆ ਜਾਂਦਾ ਸੀ ਜੋ ਸੰਸਾਰ ਖਲੋਤਾ ਹੋਇਆ ਤੇ ਨਾ ਬਦਲਣ ਵਾਲਾ ਹੈ, ਤੇ ਉਦੋਂ ਤੀਕਰ ਸੰਸਾਰ ਦੇ ਸ਼ੁਰੂ ਹੋਣ ਦਾ ਸਵਾਲ ਪੜਮਾਦੀ ਮੈਟਾਫਿਜ਼ੀਕਲ ਸੀ। ਜੇ ਸੰਸਾਰ ਨੂੰ ਖਲੋਤਾ ਮੰਨੀਏ ਤੇ ਫਿਰ ਇਹ ਵੀ ਕਿਹਾ ਜਾ ਸਕਦਾ ਹੈ ਜੋ ਇਹ ਸਦਾ ਤੋਂ ਮੌਜੂਦ ਸੀ ਤੇ ਇਹ ਵੀ ਜੋ ਇਹ ਖਾਸ ਵੇਲੇ ਤੇ ਸਿਰਜਿਆਗਾ। ਪਰ ਇਸ ਵਿੱਚ ਬਦਲੀ ਉਦੋਂ ਆਉਣਾ ਸ਼ੁਰੂ ਹੋਈ ਜਦੋਂ 1929 ਵਿੱਚ ਐਡਵਨ ਹਬਲ ਨੇ ਇਹ ਤਾਰੀਖੀ ਦਿੱਖ ਦੱਸੀ, ਯਾਨੀ ਇਹ ਆਬਜ਼ਰਵੇਸ਼ਨ ਉਹਨੇ ਸ਼ੇਅਰ ਕੀਤੀ, ਜੋ ਜੇ ਦੂਰ ਦੀਆਂ ਤਬਕਾਂ ਯਾਨੀ ਗਲੈਕਸੀਜ਼ ਨੂੰ ਵੇਖੋ ਤੇ ਉਹ ਤੇਜ਼ੀ ਨਾਲ ਸਾਡੇ ਕੋਲੋਂ ਦੂਰ ਜਾਂਦੇ ਦਿਸਦੇ ਨੇ। ਦੂਜੇ ਲਫ਼ਜ਼ਾਂ ਵਿੱਚ ਸੰਸਾਰ ਫੈਲ ਰਿਹਾ ਹੈ। ਇਸ ਦਾ ਮਤਲਬ ਹੋਇਆ ਜੋ ਗੁਜ਼ਰੇ ਵਕਤਾਂ ਵਿੱਚ ਇਹ ਸ਼ੈਵਾਂ ਯਾਨੀ ਇਹ ਜਿਹੜੇ ਜੁੱਸੇ ਨੇ, ਯਾਨੀ ਜਿਹੜੇ ਸਾਰੇ ਗਲੈਕਸੀਜ਼ ਇੱਕ ਦੂਜੇ ਤੋਂ ਦੂਰ ਜਾ ਰਹੀਆਂ ਨੇ, ਇਹ ਇੱਕ ਦੂਜੇ ਦੇ ਬਹੁਤ ਨੇੜੇ ਹੋਣਗੀਆਂ। ਹਕੀਕਤ ਇਹ ਹੈ ਜੋ 10 ਜਾਂ 20,000 ਮਿਲੀਅਨ ਸਾਲ ਪਹਿਲਾਂ ਇਹ ਸਭ ਇੱਕ ਥਾਂ ਤੇ ਸਨ ਤੇ ਇਹਨਾਂ ਦਾ ਹੁਜਮ ਹੱਦੋਂ ਬਾਹਰ ਸੀ। ਇਹ ਅਜਿਹੀ ਕਾਢ ਸੀ ਜਿਸ ਸੰਸਾਰ ਦੇ ਸ਼ੁਰੂ ਦੇ ਮਸਲੇ ਨੂੰ ਸਾਇੰਸ ਵਿੱਚ ਲਿਆਉਂਦਾ। ਹਬਲ ਦੀ ਦਿੱਖ ਤੋਂ, ਆਬਜ਼ਰਵੇਸ਼ਨ ਤੋਂ ਇਹ ਸੁਝਾਅ ਮਿਲਦਾ ਹੈ ਜੋ ਇੱਕ ਵੇਲੇ ਤੇ ਬਿਗ ਬੈਂਗ ਜਾਂ ਵੱਡਾ ਧਮਾਕਾ ਹੋਇਆ, ਜਦ ਉਸ ਵੇਲੇ ਸੰਸਾਰ ਅਨਹਦ ਨਿੱਕਾ
ਤੇ ਅਨਹੱਦ ਹੁਜਮ ਵਾਲਾ ਸੀ। ਹੁਜਮ ਮੈਂ ਕੀਤਾ ਮਾਸ ਦਾ। ਇਸ ਤਰ੍ਹਾਂ ਦੇ ਹਾਲਾਂ ਵਿੱਚ ਸਾਇੰਸ ਦੀਆਂ ਸਾਰੀਆਂ ਪੇਸ਼ਗੋਈਆਂ ਗਲਤ ਹੋਣਗੀਆਂ ਤੇ ਆਉਣ ਵਾਲੇ ਵੇਲੇ ਬਾਰੇ ਕੁਝ ਦੱਸਿਆ ਨਹੀਂ ਜਾ ਸਕੇਗਾ। ਜੇ ਇਸ ਵੱਡੇ ਧਮਾਕੇ ਤੋਂ ਪਹਿਲਾਂ ਵਾਰਤਾਵਾਂ ਹੋਈਆਂ, ਈਵੈਂਟਸ ਹੋਈਆਂ ਵੀ, ਤੇ ਉਹਨਾਂ ਦਾ ਅਜੋਕੇ ਹੋਣ ਤੇ ਕੋਈ ਅਸਰ ਨਹੀਂ ਹੋਵੇਗਾ। ਯਾਨੀ ਅਜੋਕੇ ਦਾ ਮਤਲਬ ਕੰਟੈਂਪਰਰੀ। ਉਹਨਾਂ ਵਾਰਤਾਵਾਂ ਨੂੰ ਇੱਕ ਪਾਸੇ ਹੀ ਰੱਖਣਾ ਬਣਦਾ ਹੈ, ਕਿਉਂ ਜੇ ਉਹਨਾਂ ਦੀ ਦਿੱਖ ਨਹੀਂ ਹੋ ਸਕਦੀ, ਉਹਨਾਂ ਦੀ ਆਬਜ਼ਰਵੇਸ਼ਨ ਨਹੀਂ ਹੋ ਸਕਦੀ। ਇਹ ਕਿਹਾ ਜਾ ਸਕਦਾ ਹੈ ਜੋ ਵਕਤ ਦੀ ਬਿਗ ਬੈਂਗ ਨਾਲ, ਵਕਤ ਵੀ ਜੋ ਵੇਲਾ ਵੀ ਬਿਗ ਬੈਂਗ ਨਾਲ ਸ਼ੁਰੂ ਹੋਇਆ ਸੀ, ਕਿਉਂ ਜੋ ਉਸ ਤੋਂ ਪਹਿਲੇ ਵਕਤ ਦੀ ਤਾਰੀਫ ਯਾਨੀ ਡੈਫੀਨੇਸ਼ਨ ਨਹੀਂ ਹੋ ਸਕਦੀ। ਇਹ ਡੈਫੀਨੇਸ਼ਨ ਦਾ ਵੀ ਲਫ਼ਜ਼ ਦੱਸਿਓ ਮੈਨੂੰ। ਇਹ ਬਹੁਤ ਧਿਆਨਯੋਗ ਗੱਲ ਹੈ ਜੋ ਸੰਸਾਰ ਦਾ ਇਵੇਂ ਸ਼ੁਰੂ ਹੋਣਾ ਪਹਿਲੀਆਂ ਕਾਢਾਂ ਤੋਂ ਮੁੱਢੋਂ ਵੱਖ ਹੈ, ਯਾਨੀ ਪਹਿਲੀ ਰਿਸਰਚ ਤੋਂ ਵੱਖ ਹੈ। ਜੇ ਸੰਸਾਰ ਨੂੰ ਖਲੋਤਾ ਮੰਨੀਏ ਤੇ ਫਿਰ ਇਹ ਮੰਨਣਾ ਪਵੇਗਾ ਜੋ ਕਿਸੇ ਬਾਹਰਲੀ ਹਸਤੀ ਨੇ ਇਹਨੂੰ ਪੈਦਾ ਕੀਤਾ। ਦੂਜੇ ਪਾਸੇ ਜੇ ਸੰਸਾਰ ਨੂੰ ਫੈਲਣ ਦਾ ਮੰਨੀਏ ਤੇ ਫਿਰ ਇਹ ਵੀ ਮੰਨਣਾ ਪਵੇਗਾ ਜੋ ਸੰਸਾਰ ਦੇ ਸ਼ੁਰੂ ਹੋਣ ਦੇ ਵੀ ਕੋਈ ਮਾਦੀ ਕਾਰਨ ਹੋਣਗੇ। ਇੰਜ ਤੇ ਫਿਰ ਵੀ ਕਿਹਾ ਜਾ ਸਕਦਾ ਹੈ ਜੋ ਖੁਦਾ ਨੇ ਹੀ ਸੰਸਾਰ ਵਿੱਚ ਮਾਦੀ ਕਾਰਨ ਰੱਖੇ ਹੋਣਗੇ ਜਿਨ੍ਹਾਂ ਨਾਲ ਬਿਗ ਬੈਂਗ ਹੋਇਆ। ਬਿਗ ਬੈਂਗ ਨਾਲ ਸੰਸਾਰ ਦੇ ਖਾਲਕ ਜਾਂ ਸਿਰਜਣਹਾਰ ਦੀ ਨਫੀ ਨਹੀਂ ਹੁੰਦੀ, ਪਰ ਉਸ ਤੇ ਇਹ ਹੱਦ ਲੱਗ ਜਾਂਦੀ ਹੈ ਕਿ ਉਸ ਕਦੋਂ ਇਹ ਸੰਸਾਰ ਬਣਾਇਆ ਹੋਵੇਗਾ। ਸੰਸਾਰੀ ਫਿਤਰਤ ਯਾਨੀ ਯੂਨੀਵਰਸਲ ਨੇਚਰ ਬਾਰੇ ਗੱਲ ਕਰਨ ਤੇ ਇਹ ਦੱਸ ਲਈ ਜੋ ਇਹਦਾ ਸ਼ੁਰੂ ਅਖੀਰ ਕੀ ਹੈ, ਸਾਨੂੰ ਸਾਇੰਸੀ ਨਜ਼ਰੀਏ ਬਾਰੇ ਕੁਝ ਗੱਲਾਂ ਸਾਫ਼ ਸਮਝਣੀਆਂ ਚਾਹੀਦੀਆਂ ਨੇ। ਇੱਕ ਨਜ਼ਰੀਆ, ਇੱਕ ਯਾਨੀ ਥਿਊਰੀ, ਮੈਂ ਕਈ ਲਫ਼ਜ਼ ਲਈ ਵਰਤੇ ਨੇ, ਮੈਨੂੰ ਤੁਸੀਂ ਕੋਈ ਇੱਕ ਲਫ਼ਜ਼ ਅਸੀਂ ਮਿਥਣਾ ਹੈ ਕਿ ਥਿਊਰੀ ਦੀ ਕੀ ਲਫ਼ਜ਼ ਵਰਤਿਆ ਜਾਵੇ। ਇੱਕ ਨਜ਼ਰੀਆ ਉਦੋਂ ਠੀਕ ਹੁੰਦਾ ਹੈ ਜਦ ਉਹ ਸ਼ਰਤਾਂ ਪੂਰੀਆਂ ਕਰੇ, ਜਦ ਉਹ ਇਹ ਸ਼ਰਤਾਂ ਪੂਰੀਆਂ ਕਰੇ। ਨਜ਼ਰੀਏ ਨੂੰ ਠੀਕ ਠਾਕ ਚੋਖੀਆਂ ਦਿਖਾਂ ਨੂੰ ਯਾਨੀ ਬਹੁਤ ਸਾਰੀਆਂ ਆਬਜ਼ਰਵੇਸ਼ਨ ਨੂੰ ਅਜਿਹੇ ਮਾਡਲ ਨਾਲ ਬਿਆਨ ਕਰੇ ਜਿਸ ਵਿੱਚ ਫਰਜ਼ੀ ਉਨਸਰ ਯਾਨੀ ਆਰਬਿਟਰੀ ਐਲੀਮੈਂਟਸ ਘੱਟ ਹੋਣ, ਇਹ ਭੜਕ ਬਾਰੇ ਪੇਸ਼ਗੋਈਆਂ ਕਰਨ ਦੇ ਕਾਬਲ ਹੋਵੇ। ਮਿਸਾਲ ਦੇ ਤੌਰ ਤੇ ਅਰਸਤੂ ਮੰਨਦਾ ਸੀ ਜੋ ਹਰ ਸ਼ੈ 4 ਅਨਾਸਰ ਯਾਨੀ ਐਲੀਮੈਂਟਸ ਨਾਲ ਬਣੀ ਹੈ, ਧਰਤੀ, ਪਾਣੀ, ਅੱਗ ਤੇ ਹਵਾ ਨਾਲ ਬਣੀ ਹੈ। ਇਹ ਨਜ਼ਰੀਆ ਇੰਜ ਤੇ ਬੜਾ ਸਾਦਾ ਸੀ, ਪਰ ਇਸ ਨਾਲ ਭਲਕ ਬਾਰੇ ਪੇਸ਼ਗੋਈਆਂ ਨਹੀਂ ਕੀਤੀਆਂ ਜਾ ਸਕਦੀਆਂ ਸਨ। ਦੂਜੇ ਪਾਸੇ ਨਿਊਟਨ ਦਾ ਖਿੱਚ ਦਾ ਯਾਨੀ ਗ੍ਰੈਵਿਟੀ ਦਾ ਨਜ਼ਰੀਆ ਅਰਸਤੂ ਨਾਲੋਂ ਵੀ ਸਾਦੇ ਮਾਡਲ ਤੇ ਰਾਹੀਂ ਬਣਿਆ ਸੀ। ਇਹਦੇ ਵਿੱਚ ਜੁੱਸੇ ਇੱਕ ਦੂਜੇ ਨੂੰ ਆਪਣੇ ਵੱਲ ਖਿੱਚਦੇ ਹਨ ਤੇ ਇਸ ਖਿੱਚ ਦੀ ਤਾਕਤ ਜੁੱਸਿਆਂ ਦੇ ਹੁਜਮ ਤੇ ਜੁੱਸਿਆਂ ਵਿਚਕਾਰ ਫਾਸਲੇ ਦੇ ਭੁਆਵੇਂ ਮੁਰੱਬੇ ਦੀ ਤਨਾਸਬ ਨਾਲ ਹੁੰਦੀ ਹੈ, ਯਾਨੀ ਇਨਵਰਸ ਸਕੁਏਅਰ ਨਾਲ ਹੁੰਦੀ ਹੈ। ਇਹ ਸੂਰਜ, ਚੰਦ ਤੇ ਦੂਜੇ ਕੁਰਿਆਂ ਦੀ ਹਰਕਤ ਦੀ ਚੋਖੀ ਹੱਦ ਤਾਈਂ ਠੀਕ ਪੇਸ਼ਗੋਈ ਕਰ ਸਕਦਾ ਹੈ, ਯਾਨੀ ਜਿਹੜਾ ਨਿਊਟਨ ਦਾ ਮਾਡਲ ਹੈ। ਹਰ ਮਾਦੀ ਨਜ਼ਰੀਆ ਪ੍ਰੋਵੀਜ਼ਨਲ ਹੁੰਦਾ ਹੈ। ਇਹ ਪ੍ਰੋਵੀਜ਼ਨਲ ਦਾ ਵੀ ਕੋਈ ਲਫ਼ਜ਼ ਲੱਭਣਾ। ਹਰ ਮਾਦੀ ਨਜ਼ਰੀਆ ਪ੍ਰੋਵੀਜ਼ਨਲ ਹੁੰਦਾ ਹੈ, ਕਿਉਂ ਜੇ ਇੱਕ ਮਫਰੂਜ਼ਾ ਹੁੰਦਾ ਹੈ, ਇਹ ਮਫਰੂਜ਼ਾ ਹੁੰਦਾ ਹੈ ਜਿਸ ਨੂੰ ਕਦੀ ਸਾਬਤ ਨਹੀਂ ਕੀਤਾ ਜਾ ਸਕਦਾ। ਜਿੰਨੀ ਵਾਰੀ ਮਰਜ਼ੀ ਤਜਰਬੇ ਦੇ ਨਤੀਜੇ ਨਜ਼ਰੀਏ ਦੇ ਮੁਤਾਬਕ ਹੋਣ ਯਾਨੀ ਥਿਊਰੀ ਦੇ ਮੁਤਾਬਕ ਹੋਣ, ਪਰ ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਜੋ ਅਗਲੀ ਵਾਰੀ ਵੀ ਨਤੀਜਾ ਨਜ਼ਰੀਏ ਦੇ ਮੁਤਾਬਕ ਹੀ ਨਿਕਲੇਗਾ। ਦੂਜੇ ਪਾਸੇ ਜੇ ਇੱਕ ਦਿੱਖ ਯਾਨੀ ਇੱਕ ਆਬਜ਼ਰਵੇਸ਼ਨ ਵੀ ਨਜ਼ਰੀਏ ਦੇ ਮੁਖਾਲਿਫ ਮਿਲ ਜਾਵੇ ਤੇ ਨਜ਼ਰੀਆ ਗਲਤ ਸਾਬਤ ਹੋ ਜਾਂਦਾ ਹੈ। ਸਾਇੰਸ ਦੇ ਫਲਸਫੀ ਕਾਰਲ ਪਾਪਰ ਦਾ ਮੰਨਣਾ ਹੈ ਜੋ ਨਜ਼ਰੀਏ ਨੂੰ ਅਜਿਹੀਆਂ ਪੇਸ਼ਗੋਈਆਂ ਕਰਨ ਦੇ ਕਾਬਲ ਹੋਣਾ ਚਾਹੀਦਾ ਹੈ
ਜਿਨ੍ਹਾਂ ਨੂੰ ਦਿੱਖਾਂ ਨਾਲ ਝੁਠਲਾਇਆ ਜਾ ਸਕੇ, ਆਬਜ਼ਰਵੇਸ਼ਨ ਦੇ ਨਾਲ ਗਲਤ ਸਾਬਿਤ ਕੀਤਾ ਜਾ ਸਕੇ। ਜੇ ਤਜਰਬਿਆਂ ਦੇ ਨਤੀਜੇ ਨਜ਼ਰੀਏ ਦੇ ਮੁਤਾਬਕ ਆਉਂਦੇ ਰਹਿਣ ਤੇ ਸਾਡਾ ਉਸ ਤੇ ਯਕੀਨ ਵੱਧਦਾ ਜਾਂਦਾ ਹੈ, ਤੇ ਜੇ ਨਤੀਜੇ ਦਿੱਖਾਂ ਦੇ ਉਲਟ ਹੋਣ ਤੇ ਨਜ਼ਰੀਏ ਨੂੰ ਠੱਪਣਾ ਪੈਂਦਾ ਹੈ। ਫਿਰ ਇਹ ਵੀ ਵੇਖਣਯੋਗ ਹੈ ਜੋ ਦਿੱਖਾਂ ਦੇ ਜਮ੍ਹਾਂ ਕਰਨ ਵਾਲੇ ਦੀ ਕੁਆਲਿਟੀ ਕੀ ਹੈ। ਅਮਲ ਵਿੱਚ ਹੁੰਦਾ ਇੰਜ ਹੈ ਜੋ ਨਵਾਂ ਨਜ਼ਰੀਆ ਪੁਰਾਣੇ ਦਾ ਹੀ ਵਧਾ ਹੁੰਦਾ ਹੈ। ਮਿਸਾਲ ਦੇ ਤੌਰ ਤੇ ਕੁर्रा ਮਰਕਰੀ ਯਾਨੀ ਪਲੈਨਟ ਮਰਕਰੀ ਦੀ ਠੀਕ ਦਿੱਖਾਂ ਦਾ ਨਿਊਟਨ ਦੀ ਖਿੱਚ ਦੇ ਨਜ਼ਰੀਏ ਨਾਲ ਦਿੱਤੀ ਹੋਈ ਦਿਸ ਤੋਂ ਯਾਨੀ ਦੱਸੀ ਹੋਈ ਤੋਂ ਪੂਰਾ ਵੱਖ ਸੀ। ਆਇਨਸਟਾਈਨ ਦੀ ਜਨਰਲ ਥਿਊਰੀ ਆਫ ਰਿਲੇਟਿਵਿਟੀ ਦੇ ਮੁਤਾਬਕ ਮਰਕਰੀ ਦੀ ਹਰਕਤ ਨਿਊਟਨ ਦੀ ਦੱਸ ਤੋਂ ਕੁਝ ਫਰਕ ਸੀ। ਇਹ ਹਕੀਕਤ ਜੋ ਆਇਨਸਟਾਈਨ ਦੀ ਪੇਸ਼ਗੋਈ ਨਿਊਟਨ ਨਾਲੋਂ ਦਿੱਖਾਂ ਦੇ ਬਹੁਤੀ ਮੁਤਾਬਕ ਸੀ ਜਾਂ ਨੇੜੇ ਸੀ, ਜਿਸ ਨਾਲ ਤੇ ਇਸ ਨਾਲ ਯਾਨੀ ਜਿਹੜੀ ਆਇਨਸਟਾਈਨ ਦਾ ਨਜ਼ਰੀਆ ਹੈ ਉਹਦੀ ਸੱਚਾਈ ਤੇ ਮੋਹਰ ਲੱਗ ਗਈ। ਇੰਜ ਅਸੀਂ ਅਜੇ ਵੀ ਨਿਊਟਨ ਦੇ ਨਜ਼ਰੀਏ ਨੂੰ ਹੀ ਅਮਲੀ ਕੰਮਾਂ ਵਿੱਚ ਵਰਤ ਰਹੇ ਹਾਂ, ਕਿਉਂ ਜੇ ਇਹਦੀਆਂ ਪੇਸ਼ਗੋਈਆਂ ਦਾ ਆਇਨਸਟਾਈਨ ਤੋਂ ਬਹੁਤ ਮਾਮੂਲੀ ਫਰਕ ਹੁੰਦਾ ਹੈ ਤੇ ਨਿਊਟਨ ਦੇ ਨਜ਼ਰੀਏ ਦੀ ਵਰਤੋਂ ਆਇਨਸਟਾਈਨ ਨਾਲੋਂ ਕਿਤੇ ਸੌਖੀ ਹੈ। ਸਾਇੰਸ ਦਾ ਅਖੀਰੀ ਟੁੱਚਾ ਯਾਨੀ ਗੋਲ ਇਹ ਹੁੰਦਾ ਹੈ ਜੋ ਇੱਕ ਹੀ ਨਜ਼ਰੀਏ ਨਾਲ ਸਾਰੇ ਸੰਸਾਰ ਨੂੰ ਬਿਆਨ ਕਰ ਸਕੇ। ਪਰ ਅਮਲੀ ਪੱਧਰ ਤੇ ਸਾਇੰਸਦਾਨ ਮਸਲੇ ਨੂੰ ਹਿੱਸਿਆਂ ਵਿੱਚ ਵੰਡ ਲੈਂਦੇ ਹਨ। ਪਹਿਲਾਂ ਉਹਨਾਂ ਕਾਨੂੰਨਾਂ ਨੂੰ ਲਿਆ ਜਾਂਦਾ ਹੈ ਜਿਹੜੇ ਦੱਸਦੇ ਹਨ ਕਿ ਵੇਲੇ ਦੇ ਨਾਲ ਸੰਸਾਰ ਵਿੱਚ ਕੀ ਬਦਲੀਆਂ ਹੋਈਆਂ ਨੇ। ਮਤਲਬ ਇਹ ਜੋ ਜੇ ਸਾਨੂੰ ਪਤਾ ਹੋਵੇ ਜੋ ਸੰਸਾਰ ਹਰ ਵੇਲੇ ਕਿੰਝ ਦਾ ਹੁੰਦਾ ਹੈ, ਤੇ ਮਾਦੀ ਕਾਨੂੰਨ ਸਾਨੂੰ ਦੱਸਦੇ ਹਨ ਜੋ ਇੱਕ ਹੋਰ ਵੇਲੇ ਤੇ ਕਿੰਝ ਦਾ ਹੋਵੇਗਾ। ਦੂਜਾ ਇਹ ਸਵਾਲ ਹੈ ਜੋ ਪਹਿਲਾਂ ਸੰਸਾਰ ਕਿੰਝ ਦਾ ਸੀ। ਕੁਝ ਸਾਇੰਸਦਾਨਾਂ ਦਾ ਮੰਨਣਾ ਹੈ ਜੋ ਸਾਨੂੰ ਪਹਿਲੇ ਹਿੱਸੇ ਯਾਨੀ ਲਾਜ਼ ਦੇ ਉੱਤੇ ਯਾਨੀ ਜਿਹੜੇ ਯੂਨੀਵਰਸ ਦੇ ਲਾ ਨੇ, ਸਾਨੂੰ ਪਹਿਲੇ ਹਿੱਸੇ ਨਾਲ ਹੀ ਵਰਤੋਂ ਰੱਖਣੀ ਚਾਹੀਦੀ ਹੈ, ਕਿਉਂ ਜੇ ਸੰਸਾਰ ਦੀ ਪਹਿਲ ਯਾਨੀ ਕਿੱਥੋਂ ਸ਼ੁਰੂ ਹੋਇਆ, ਸੰਸਾਰ ਦੀ ਪਹਿਲ ਪੜ੍ਹ ਮਾਦੀ ਮੈਟਾਫਿਜ਼ਿਕਸ ਤੇ ਮਜ਼ਹਬ ਦੇ ਦਾਇਰੇ ਵਿੱਚ ਆ ਜਾਂਦੀ ਹੈ। ਉਹ ਕਹਿੰਦੇ ਨੇ ਉਹ ਕਹਿਣ ਜੋ ਖੁਦਾ ਕਾਦਰ ਹੈ ਯਾਨੀ ਐਬਸੋਲੂਟ ਹੈ, ਤੇ ਉਹ ਸੰਸਾਰ ਨੂੰ ਕਿਸੇ ਤਰ੍ਹਾਂ ਵੀ ਬਣਾ ਸਕਦਾ ਸੀ। ਉਹ ਇਸ ਨੂੰ ਅਣਘੜਤ ਢੰਗ ਨਾਲ ਵੀ ਬਣਾ ਸਕਦਾ ਸੀ, ਪਰ ਉਸ ਨੇ ਇਹਨੂੰ ਇੱਕ ਮਿਥੇ ਮੁਤਾਬਕ ਕਾਨੂੰਨਾਂ ਦੇ ਢੰਗ ਨਾਲ ਬਣਾਇਆ। ਇਸ ਲਈ ਇਹ ਸਮਝਣਾ ਵੀ ਚੋਖਾ ਦਰੁਸਤ ਹੈ ਜੋ ਇਹ ਫਰਜ਼ ਕੀਤਾ ਜਾਵੇ ਜੋ ਸੰਸਾਰ ਦੇ ਪਹਿਲ ਵੇਲੇ ਵੀ ਉਹਦੇ ਚਲਾਉਣ ਵਾਲੇ ਮਿਥੇ ਮੁਤਾਬਕ ਕਾਨੂੰਨ ਸਨ। ਯਾਨੀ ਜਦੋਂ ਸ਼ੁਰੂ ਵੀ ਨਹੀਂ ਸੀ ਹੋਇਆ ਤੇ ਉਦੋਂ ਵੀ ਉਹਦੇ ਵਿੱਚ ਮਿਥੇ ਮੁਤਾਬਕ ਕਾਨੂੰਨ ਸਨ। ਹੋਇਆ ਇੰਝ ਹੀ ਹੈ ਜੋ ਕਿਸੇ ਇੱਕ ਨਜ਼ਰੀਏ ਨਾਲ ਪੂਰੇ ਸੰਸਾਰ ਨੂੰ ਬਿਆਨ ਕਰਨਾ ਬਹੁਤ ਔਖਾ ਹੈ। ਇਸ ਦੀ ਬਜਾਏ ਇਹ ਕੀਤਾ ਜਾਂਦਾ ਹੈ ਜੋ ਇਸ ਮਸਲੇ ਦੇ ਟੋਟੇ ਕਰ ਲਿੱਤੇ ਜਾਂਦੇ ਨੇ ਤੇ ਹਰ ਟੋਟੇ ਬਾਰੇ ਇੱਕ ਨਜ਼ਰੀਆ ਜਾਂ ਥਿਊਰੀ ਬਣਾ ਲਿੱਤੀ ਜਾਂਦੀ ਹੈ ਜਿਹੜਾ ਸਮੇਤ ਯਾਨੀ ਲਿਮਿਟਡ ਆਬਜ਼ਰਵੇਸ਼ਨ ਬਾਰੇ ਦਰੁਸਤ ਪੇਸ਼ਗੋਈਆਂ ਦਿੰਦਾ ਹੈ। ਇਸ ਵਿੱਚ ਦੂਜੀਆਂ ਮਿਕਦਾਰਾਂ ਯਾਨੀ ਕੁਆਂਟਿਟੀ ਦੇ ਅਸਰ ਨੂੰ ਇੱਕ ਪਾਸੇ ਰੱਖ ਲਿੱਤਾ ਜਾਂਦਾ ਹੈ ਜਾਂ ਉਹਨਾਂ ਲਈ ਮਖਸੂਸ ਨੰਬਰ ਵਰਤ ਲਿੱਤੇ ਜਾਂਦੇ ਹਨ। ਇਹ ਵੀ ਹੋ ਸਕਦਾ ਹੈ ਜੋ ਇਹ ਢੰਗ ਮੁੱਢੋਂ ਗਲਤ ਹੋਵੇ। ਜੇ ਸੰਸਾਰ ਵਿੱਚ ਹਰ ਚੀਜ਼ ਦੀ ਹੋਂਦ ਮੁੱਢੋਂ ਦੂਜੀ ਨਾਲ ਜੁੜੀ ਹੋਈ ਹੈ ਤੇ ਫਿਰ ਟੋਟਿਆਂ ਨੂੰ ਵੱਖਰਾ ਰੱਖ ਕੇ ਹੱਲ ਕੱਢਣਾ ਅਨਹੋਣਾ ਹੋਵੇਗਾ ਯਾਨੀ ਇੰਪੋਸੀਬਲ ਹੋਵੇਗਾ। ਪਰ ਫਿਰ ਵੀ ਅਸੀਂ ਗੁਜ਼ਰੇਲ ਵੇਲੇ ਵਿੱਚ ਯਾਨੀ ਮਾਜ਼ੀ ਪਾਸਟ ਵਿੱਚ ਇਸੇ ਤਰ੍ਹਾਂ ਤਰੱਕੀ ਕੀਤੀ ਹੈ। ਇਹਦੀ ਕਲਾਸੀਕਲ ਮਿਸਾਲ ਫਿਰ ਨਿਊਟਨ ਦਾ ਨਜ਼ਰੀਆ ਹੈ ਜਿਹੜਾ ਦੱਸਦਾ ਹੈ ਜੋ ਦੋ ਜੁੱਸਿਆਂ ਵਿੱਚ ਖਿੱਚ ਦੀ ਤਾਕਤ ਸਿਰਫ ਇੱਕ ਨੰਬਰ ਹੈ,
ਯਾਨੀ ਦੋ ਜੁੱਸਿਆਂ ਦਾ ਹੁਜਮ, ਜਿਹੜੀ ਦੋ ਜੁੱਸਿਆਂ ਦਾ ਹੁਜਮ। ਇਸ ਵਿੱਚ ਇਹ ਵੇਖਣ ਦੀ ਲੋੜ ਨਹੀਂ ਜੋ ਦੋ ਜੁੱਸਿਆਂ ਦੀ ਬਣਤਰ ਕਿੰਝ ਦੀ ਹੈ। ਇਸ ਦੇ ਤਹਿਤ ਸਾਨੂੰ ਇਹ ਜਾਣਨ ਦੀ ਵੀ ਲੋੜ ਨਹੀਂ ਜੋ ਸੂਰਜ ਤੇ ਹੋਰ ਸਿਤਾਰੇ ਕਿਸ ਸ਼ੈ ਨਾਲ ਬਣੇ ਹੋਏ ਨੇ। ਅਸੀਂ ਸਿਰਫ ਉਹਨਾਂ ਦੇ ਹੁਜਮ ਤੋਂ ਉਹਨਾਂ ਦੇ ਦਰਮਿਆਨ ਖਿੱਚ ਮਾਪ ਸਕਦੇ ਹਾਂ। ਅੱਜ ਕੱਲ੍ਹ ਅਸੀਂ ਦੋ ਜੁਜ਼ਵੀ ਨਜ਼ਰੀਆਂ ਨਾਲ ਸੰਸਾਰ ਦਾ ਬਿਆਨ ਕਰਨੇ ਆ, ਯਾਨੀ ਦੋ ਪਾਰਸ਼ਲ ਥਿਊਰੀਜ਼ ਨਾਲ। ਅਮੂਮੀ ਜੁੜਨ ਦਾ ਨਜ਼ਰੀਆ ਤੇ ਕੁਆਂਟਮ ਮਕੈਨਿਕਸ, ਯਾਨੀ ਜਨਰਲ ਥਿਊਰੀ ਆਫ ਗ੍ਰੈਵਿਟੀਵਿਟੀ ਤੇ ਕੁਆਂਟਮ ਮਕੈਨਿਕਸ, ਇਹ ਦੋਵੇਂ 20ਵੀਂ ਸਦੀ ਦੇ ਪਹਿਲੇ ਅੱਧ ਦੀ ਬੜੀ ਵੱਡੀ ਦੇਣ ਹੈ। ਅਮੂਮੀ ਜੁੜਨ ਦੇ ਨਜ਼ਰੀਏ ਨਾਲ ਖਿੱਚ ਦੀ ਤਾਕਤ, ਖਿੱਚ ਨੂੰ ਮਾਪਿਆ ਜਾਂਦਾ ਹੈ ਜਿਹੜੇ ਸੰਸਾਰ ਦੇ ਵੱਡਿਆਂ ਜੁੱਸਿਆਂ ਵਿੱਚ ਹੈ। ਯਾਨੀ ਜਿਹੜੀ ਗ੍ਰੈਵਿਟੀ ਥਿਊਰੀ ਹੈ ਉਹ ਜਿਹੜੀ ਬਿਗਰ ਬਾਡੀਜ਼ ਨੇ, ਜਿਵੇਂ ਸਿਤਾਰੇ, ਜ਼ਮੀਨ, ਦੂਜੇ ਨੇ, ਉਹਨਾਂ ਦੀ ਇਹ ਜੁੱਸੇ ਇੱਕ ਦੂਜੇ ਤੋਂ ਕੁਝ ਮੀਲ ਦੂਰ ਵੀ ਹੋ ਸਕਦੇ ਨੇ ਤੇ ਅਰਬਾਂ ਖਰਬਾਂ ਮੀਲ ਵੀ। ਇਸ ਦੇ ਉਲਟ ਕੁਆਂਟਮ ਮਕੈਨਿਕ ਮੁਜ਼ਾਹਰ ਦੀਆਂ, ਯਾਨੀ ਫਿਨੋਮਨਾ ਦੀਆਂ ਬਹੁਤ ਨਿੱਕੀ ਕੁਆਂਟਮ ਮਕੈਨਿਕ ਮੁਜ਼ਾਹਰ ਦੀਆਂ ਬਹੁਤ ਨਿੱਕੀ ਪੱਧਰ ਤੇ, ਕੁਆਂਟਮ ਮਕੈਨਿਕ ਮੁਜ਼ਾਹਰ ਨੂੰ ਬਹੁਤ ਨਿੱਕੀ ਪੱਧਰ ਤੇ ਦੇਖਦਾ ਹੈ, ਜਿਨ੍ਹਾਂ ਵਿੱਚ ਇੰਚ ਦਾ ਅਰਬਾਂ ਖਰਬਾਂ ਹਿੱਸਾ ਵੀ ਹੋ ਸਕਦਾ ਹੈ। ਬਦਬਖਤੀ ਇਹ ਹੈ ਜੋ ਇਹਨਾਂ ਦੋਹਾਂ ਨਜ਼ਰੀਆਂ ਵਿੱਚ ਇਕਸਾਰਤਾ ਨਹੀਂ, ਜਿਸ ਦਾ ਮਤਲਬ ਹੈ ਜੋ ਇੱਕ ਹੀ ਪਲ ਵਿੱਚ ਦੋਵੇਂ ਠੀਕ ਨਹੀਂ ਹੋ ਸਕਦੇ। ਅੱਜ ਕੱਲ੍ਹ ਫਿਜ਼ਿਕਸ ਵਿੱਚ ਯਤਨ ਇਹ ਹੋ ਰਿਹਾ ਹੈ ਜੋ ਇੱਕ ਨਵਾਂ ਨਜ਼ਰੀਆ ਲੱਭਿਆ ਜਾਏ ਜਿਸ ਵਿੱਚ ਇਹਨਾਂ ਦੋਵਾਂ ਨੂੰ ਇੱਕ ਥਾਂ ਕੀਤਾ ਜਾ ਸਕੇ। ਇਸ ਨੂੰ ਅਸੀਂ ਖਿੱਚ ਦੀ ਕੁਆਂਟਮ ਥਿਊਰੀ ਕਹਿ ਸਕਦੇ ਹਾਂ। ਅਜੇ ਸਾਡੇ ਕੋਲ ਉਹ ਥਿਊਰੀ ਨਹੀਂ ਹੈ ਤੇ ਸ਼ਾਇਦ ਕਾਫੀ ਚਿਰ ਹੋਵੇ ਵੀ ਨਾ, ਪਰ ਹੁਣ ਸਾਨੂੰ ਇਹ ਪਤਾ ਹੈ ਜੋ ਉਸ ਨਜ਼ਰੀਏ ਦੀਆਂ ਕੀ ਖਾਸੀਅਤਾਂ ਹੋਣੀਆਂ ਚਾਹੀਦੀਆਂ ਨੇ। ਅਸੀਂ ਅੱਗੇ ਚੱਲ ਕੇ ਵੇਖਾਂਗੇ ਜੋ ਇਹ ਕਿਵੇਂ ਇਹ ਖਿੱਚ ਦੀ ਕੁਆਂਟਮ ਥਿਊਰੀ ਨਵੀਆਂ ਪੇਸ਼ਗੋਈਆਂ ਕਰ ਸਕਦੀ ਹੈ ਜੇ ਇਹ ਮੰਨ ਲਿਆ ਜਾਵੇ ਜੋ ਇਹ ਸੰਸਾਰ ਘੜਤ ਨਹੀਂ ਹੈ, ਆਰਬਿਟਰੀ ਨਹੀਂ ਹੈ ਤੇ ਖਾਸ ਕਾਨੂੰਨਾਂ ਹੇਠ ਚੱਲ ਰਿਹਾ, ਤੇ ਫਿਰ ਸਾਨੂੰ ਟੋਟੇ ਨਜ਼ਰੀਆਂ ਨੂੰ ਇੱਕ ਥਾਂ ਕਰਕੇ ਇੱਕ ਨਜ਼ਰੀਆ ਬਣਾਉਣਾ ਪਵੇਗਾ ਜੋ ਹਰ ਸ਼ੈ ਨੂੰ ਬਿਆਨ ਕਰ ਸਕੇ। ਪਰ ਇਸ ਇੱਕ ਨਜ਼ਰੀਏ ਦੀ ਭਾਲ ਵਿੱਚ ਇੱਕ ਦੋ ਪਾਸੜ ਅਟਕਲ ਹੈ। ਉੱਪਰ ਦੱਸੇ ਗਏ ਨਜ਼ਰੀਆਂ ਵਿੱਚ ਇਹ ਫਰਜ਼ ਕੀਤਾ ਗਿਆ ਹੈ ਜੋ ਅਸੀਂ ਅਕਲੀ ਹਸਤੀਆਂ, ਯਾਨੀ ਅਸੀਂ ਰੈਸ਼ਨਲ ਬੀਇੰਗਸ ਹਾਂ, ਜਿਹੜੇ ਆਜ਼ਾਦੀ ਨਾਲ ਇਸ ਸੰਸਾਰ ਨੂੰ ਦੇਖ ਸਕਦੇ ਹਾਂ ਤੇ ਉਸ ਤੋਂ ਮੰਤਕੀ ਨਤੀਜੇ, ਯਾਨੀ ਲੌਜੀਕਲ ਕਨਕਲੂਜਨਸ ਕੱਢ ਸਕਦੇ ਹਾਂ। ਇਸ ਤਰ੍ਹਾਂ ਦੀ ਸਕੀਮ ਵਿੱਚ ਇਹ ਫਰਜ਼ ਕੀਤਾ ਜਾ ਸਕਦਾ ਹੈ ਜੋ ਅਸੀਂ ਸੰਸਾਰ ਨੂੰ ਚਲਾਉਣ ਵਾਲੇ ਕਾਨੂੰਨਾਂ ਦੇ ਹੋਰ ਤੋਂ ਹੋਰ ਨੇੜੇ ਹੋ ਜਾਈਏ। ਪਰ ਜੇ ਇੱਕ ਨਜ਼ਰੀਏ ਨੂੰ ਮੰਨੀਏ, ਯਾਨੀ ਤੇ ਫਿਰ ਜਿਵੇਂ ਅਗਰ ਸਿੰਗਲ ਥਿਊਰੀ ਨੂੰ ਮੰਨੀਏ ਤੇ ਫਿਰ ਸਾਡੀਆਂ ਕਰਨੀਆਂ ਯਾਨੀ ਸਾਡੀਆਂ ਆਪਣੇ ਜਿਹੜੇ ਐਕਸ਼ਨ ਨੇ, ਸਾਡੀਆਂ ਕਰਨੀਆਂ ਉਸੇ ਤਹਿਤ ਮਿਥੀਆਂ ਹੋਣਗੀਆਂ ਤੇ ਫਿਰ ਇਹ ਨਜ਼ਰੀਆ ਹੀ ਇਹ ਮਿਥੇਗਾ ਜੋ ਸਾਡੇ ਲੱਭਣ ਦਾ ਨਤੀਜਾ ਕੀ ਨਿਕਲਣਾ ਚਾਹੀਦਾ ਤੇ ਇਹ ਕਿਉਂ ਇੱਥੇ ਮਿਥੀਏ ਜੋ ਅਸੀਂ ਸ਼ਹਾਦਤਾਂ ਤੋਂ ਦਰੁਸਤ ਨਤੀਜਿਆਂ ਤੇ ਉੱਪੜ ਗਏ ਹਾਂ। ਇਹ ਮੈਂ ਥੋੜੇ ਕੰਪਲੀਕੇਟਡ ਪੁਆਇੰਟ ਹੈ, ਲੇਕਿਨ ਪੁਆਇੰਟ ਹੈਗਾ ਕਿ ਇਹ ਨਹੀਂ ਇਹ ਮਿਥ ਸਕਦਾ ਜੋ ਅਸੀਂ ਗਲਤ ਨਤੀਜਿਆਂ ਤੇ ਉਪੜੇ ਹਾਂ ਜਾਂ ਕਿਸੇ ਵੀ ਨਤੀਜੇ ਤੇ ਨਹੀਂ ਉਪੜ ਸਕਦੇ। ਚਲੋ ਜੀ, ਬਸ ਇੱਥੇ ਮੈਂ ਇਹਨੂੰ ਖਤਮ ਕਰ ਦਿੱਤਾ ਹੈ। ਅੱਗੇ ਉਹਦਾ ਹੈ ਵਾ, ਲੇਕਿਨ ਮੈਂ ਨਹੀਂ ਉਹ ਕੀਤਾ। ਹਾਂਜੀ ਹਾਂਜੀ ਡਾਕਟਰ ਸਾਹਿਬ ਜੀ ਪਹਿਲਾਂ ਤੇ ਜੇ ਤੁਸੀਂ ਐਰਿਸਟੋਟਲ ਦੀ ਬੁੱਕ ਹੈ ਨਾ, ਉਹਦਾ ਨਾਲੇ ਤੁਸੀਂ ਬ੍ਰੈਕਟ 'ਚ ਐਕਚੁਅਲ ਨਾਂ ਵੀ ਲਿਖਿਆ ਜੇ, ਜਿਹੜੇ ਸਭ ਤੋਂ ਮੈਂ ਲਿਖਿਆ, ਜਿਹੜੇ ਮੈਂ ਲਿਖੇ ਨਾ ਅੰਗਰੇਜ਼ੀ ਸ਼ਬਦ ਨਾਂ ਲਿਖੇ। ਚਲੋ ਠੀਕ ਹੈ। ਤੇ ਜਿੱਥੇ ਤੁਸੀਂ ਲਿਖਿਆ ਨਾ ਤੱਕਿਆ, ਇਹ ਬਹੁਤ ਮਤਲਬ ਤੁਸੀਂ ਉੱਥੇ ਵੇਖਿਆ ਨਹੀਂ ਕਹਿ ਸਕਦੇ, ਕਿਉਂਕਿ ਦੋਨੋਂ ਪਾਸੇ ਵਾਲਿਆਂ ਨੇ ਕਿਉਂਕਿ ਆਈ ਥਿੰਕ ਤੱਕਿਆ ਜਿਹੜਾ ਆ, ਆਈ ਥਿੰਕ ਮਜੈਲ ਲਫ਼ਜ਼ ਨਹੀਂ, ਆਈ ਥਿੰਕ ਅਦਰ ਪੀਪਲ ਮਾਈਟ ਨਾਟ ਨੋ ਤੱਕਿਆ, ਵੇਖਿਆ ਕਰੋ। ਹਾਂ ਠੀਕ। ਤੇ ਛੋਟੀ ਗੱਲ ਦੇਖੀਏ, ਮੈਂ ਤੀਜੀ ਜਿਹੜੀ ਕਹਿੰਦੇ ਹੋ ਨਾ, ਉਹ ਵੀ ਤੀਜੀ ਆਪਾਂ ਦੋਨੋਂ ਪਾਸੇ ਦੇ ਵੇਖਣੇ ਨੇ ਨਾ ਪੰਜਾਬ।
ਠੀਕ। ਇੱਕ ਜਿਹੜਾ ਗੱਭੇ ਤੁਸੀਂ ਆਂਦੇ ਹੋ ਵਿਚਕਾਰ ਨਹੀਂ ਕਹਿ ਸਕਦੇ। ਚਲੋ ਇੱਥੇ ਮੈਂ ਸੋਚਾਂਗਾ। ਹਾਂ ਅੱਛਾ, ਇਲਮ ਜਿਹੜਾ ਕਹਿੰਦੇ ਉਹਦੀ ਜਾਣਕਾਰੀ ਕਹਿ ਦਿਓ। ਨਹੀਂ ਉਹਨੂੰ ਇਲਮ, ਗਿਆਨ ਕਿਹਾ ਜਾ ਸਕਦਾ। ਅੱਛਾ ਚਲੋ ਇਲਮ ਗਿਆਨ ਕਹੋ, ਫਿਰ ਗਿਆਨ ਹਮ, ਕਹੋ, ਗਿਆਨ ਹਮ, ਕਹੋ। ਠੀਕ। ਨਿਸਬਤ ਮੁਕਾਬਲਾ ਨਹੀਂ ਕਹਿ ਸਕਦੇ, ਮੁਕਾਬਲੇ ਨਿਸਬਤ ਨਹੀਂ, ਇਹ ਸਭ ਨਿਸਬਤ ਦਾ ਉਰਦੂ। ਮਤਲਬ ਪ੍ਰਪੋਰਸ਼ਨ, ਅੱਛਾ ਪ੍ਰਪੋਰਸ਼ਨ, ਪ੍ਰਪੋਰਸ਼ਨੇਟਲੀ। ਅੱਛਾ ਪੇਸ਼ਗੋਈ, ਚਰਚਾ। ਨਹੀਂ, ਪੇਸ਼ਗੋਈ ਜਿਹੜੀ ਆ ਉਹ ਪ੍ਰੈਡਿਕਸ਼ਨ ਹੈ, ਉਹਦਾ ਤਰਜਮਾ ਕਰੋ, ਪ੍ਰੈਡਿਕਸ਼ਨ ਦਾ ਕਰੋ। ਪ੍ਰੈਡਿਕਸ਼ਨ ਹੈ, ਪੇਸ਼ਗੋਈ ਇਸ ਪ੍ਰੈਡਿਕਸ਼ਨ। ਅੱਛਾ ਭਵਿੱਖਬਾਣੀ। ਭਵਿੱਖਬਾਣੀ ਕਹਿ ਸਕਦੇ, ਬਾਣੀ ਵੀ ਨਹੀਂ ਹੋਣੀ, ਭਵਿੱਖ। ਨਹੀਂ, ਭਵਿੱਖਬਾਣੀ ਦੇ ਸਾਡੇ ਵਾਸਤੇ ਨਹੀਂ ਸਮਝ ਆਏਗੀ। ਭਵਿੱਖ ਮਤਲਬ ਆਪਣੇ ਕਹਿੰਦੇ ਨਾ ਭਵਿੱਖਬਾਣੀ, ਭਵਿੱਖ ਆਹੋ, ਬਾਰੇ ਮੈਂ ਜਿਹੜੀ ਕਿਹਾ ਗੱਲ। ਇਹੋ ਹੀ ਕੀਤਾ ਜਾ ਸਕਦਾ ਜੇ ਬ੍ਰੈਕਟ ਦੇ ਭਵਿੱਖਬਾਣੀ ਲਿਖਿਆ ਜਾਏ। ਹਾਂ ਕਿਉਂਕਿ ਨਾ ਸਮਝ ਨਹੀਂ ਆਉਣੀ ਪੇਸ਼ਗੋਈ। ਨਹੀਂ, ਫਿਰ ਉਹ ਬ੍ਰੈਕਟ ਵਿੱਚ ਭਵਿੱਖਬਾਣੀ ਲਿਖ ਜਾਂਦੇ ਨਾ। ਹਾਂਜੀ ਜੀ। ਕਦੀਮ ਕੀ ਹੁੰਦਾ ਡਾਕਟਰ ਸਾਹਿਬ? एंशिएंट, पुराना, मुड कदीम, एंशिएंट। कदीमी के क्या जाते। ठीक, अगे थ्योरी का की करिए, तर्जमा थ्योरी दा नजरिया, नजरिया थ्योरी नजरिया तो वरतिया है ना। हाँ वो ठीक है डॉक्टर साहब, वो वधिया। साडे तां ओनू सिद्धांत कहंदे ना, या नजरिया ते ब्रैकेट सिद्धांत कर दिए। हाँ करो करो। एक जेड़ा मुजीब कहंदे हो, मुजीब अकॉर्डिंग, सोच मुताबिक। मुजीब नहीं, मुजीब नहीं, मैं कहंदा मूजिब। मुजिब जो भी मुजिब, व्हाट इज दैट? सोच मुताबिक, अकॉर्डिंग। तो सोच मुताबिक कह दो, नहीं समझ आएगी। हाँ, मेरा ख्याल से मुजिब ज्यादा समझा जाएगा। मुजिब नहीं समझ, मेरे वर्गे ਨੂੰ ਸਮਝ ਹੀ ਨਹੀਂ ਆਈ ਤੇ ਮੈਂ ਹੀ ਸਿੱਖ, अच्छा, ਤੁਹਾਡੀ ਕਿਤਾਬ ਨੂੰ ਮੈਂ ਹੀ ਸਿੱਖਣਾ ਨਾ। ਉਹ ਮੈਂ ਤੁਹਾਡੇ ਵੈਸੇ ਨਹੀਂ ਪੁੱਛ ਰਿਹਾ ਤੁਹਾਡੇ ਕੋਲ। ਜਿਹੜਾ ਸਭ ਤੋਂ ਕਮਜ਼ੋਰ ਸਟੂਡੈਂਟ ਹੋਵੇ ਨਾ, ਜੇ ਉਹ ਸਮਝੇ ਤਾਂ ਗੱਲ ਬਣਨੀ ਹੈ। ਹਾਂਜੀ, ਅੱਗੇ ਚਲੋ। ਪ੍ਰੋਵੀਜ਼ਨਲ, ਪ੍ਰੋਵੀਜ਼ਨਲ ਅਸਥਾਈ ਨਹੀਂ ਹੁੰਦਾ, ਇੱਕ ਆਪੋਜ਼ਿਟ ਆਫ ਸਥਾਈ। ਅਸਥਾਈ ਜਿਹੜਾ ਕਿ ਨਾਟ ਪ੍ਰੋਵੀਜ਼ਨਲ ਨੂੰ ਕੱਚਾ ਕਹਿ ਲਓ, ਕੱਚੀ ਗੱਲ ਹੈ। ਅਸਥਾਈ ਨਹੀਂ, ਕੱਚੀ ਨਹੀਂ, ਕੱਚੀ ਨਹੀਂ ਹੈ ਪ੍ਰੋਵੀਜ਼ਨਲ। ਅਸਥਾਈ, ਸਥਾਈ ਹੁੰਦਾ ਕਿ ਜਿਹੜੀ ਪੱਕੀ ਆ, ਮਤਲਬ ਕਿ ਸਟੇਟਡ। ਤੁਸੀਂ ਦੱਸੋ ਸਰ, ਪ੍ਰੋਵੀਜ਼ਨਲ ਦਾ ਕੀ ਕੀਤਾ ਜਾਏ? प्रोविजनल डॉक्टर साहब वक्ती आ सकता है जी प्रोविजनल की जगह आरजी। ਨਹੀਂ ਪ੍ਰੋਵੀਜ਼ਨਲ ਇਜ਼ ਨਾਟ ਦੈਟ। ਨਹੀਂ, ਉਹ ਆਰਜੀ ਨਹੀਂ ਨਾ ਹੈਗਾ ਪ੍ਰੋਵੀਜ਼ਨਲ। ਹਾਂ, ਪ੍ਰੋਵੀਜ਼ਨਲ ਇਹ ਹੈਗਾ ਕਿ ਤੁਸੀਂ ਉਹਨੂੰ ਇਨੀਸ਼ੀਅਲੀ ਮੰਨ ਲਿਆ। ਹਾਂ ਮਤਲਬ ਉਹ ਆਰਜੀ ਨਹੀਂ ਹੈਗਾ। ਹਾਂ ਯਾ ਉਹਨੂੰ ਤੁਸੀਂ ਮੰਨਦੇ ਆ, ਜੇ ਅੱਗੇ ਗਲਤ ਸਾਬਤ ਹੋ ਗਈ ਤਾਂ ਤੁਸੀਂ ਫਿਰ ਉਹਨੂੰ ਬਿਲਕੁਲ ਰਿਟਰੈਕਟ ਕਰ ਸਕਦੇ ਹੋ। ਤੇ ਡਾਕਟਰ ਸਾਹਿਬ ਜਿਹੜਾ ਮਖਸੂਸ ਲਫ਼ਜ਼ ਹੈ ਵੀ ਬੜਾ ਉਰਦੂ ਦਾ ਖਾਸ ਨਹੀਂ ਕਹਿ ਸਕਦੇ ਆਪਾਂ, ਮਖਸੂਸ ਨੂੰ ਖਾਸ। ਖਾਸ ਤੋਂ ਹੀ ਮਖਸੂਸ ਬਣਿਆ ਨਾ। ਆਈ ਨੋ, ਪਰ ਮਖਸੂਸ ਨਹੀਂ ਨਾ ਕਿਸੇ ਨੂੰ ਪਤਾ ਲੱਗਣਾ, ਸਾਡੇ ਵਰਗਿਆਂ ਨੂੰ। ਅੱਛਾ ਠੀਕ, ਮੈਂ ਨੋਟ ਕਰ ਲਿਆ। ਹਾਂ, ਤੇ ਇੱਕ ਮੈਂ ਤੁਹਾਨੂੰ ਹੋਰ ਮਾੜੀ ਜਿਹੀ ਗੱਲ ਕਹਿੰਦੀ ਸੀ ਕਿ ਤੁਸੀਂ ਇੱਕ ਬਿਫੋਰ ਚੈਪਟਰ 1 ਤੁਸੀਂ ਇੱਕ ਜਿਹੜੀ ਉਹ ਪਿੱਛੇ ਲਿਖਣੀ ਜਾਂ ਥੱਲੇ, ਕਿਉਂਕਿ ਤੁਸੀਂ ਜਿਹੜਾ ਸੋਚਦੇ ਸੀ ਨਾ ਫੁੱਟ ਨੋਟਸ ਬਣਾਓਗੇ, ਉਹਦੇ ਨਾਲ ਗੱਲ ਨਹੀਂ ਬਣਨੀ, ਕਿਉਂਕਿ ਬਹੁਤ ਸਾਰੇ ਲਫ਼ਜ਼ ਨੇ। ਇੱਕ ਪੇਜ, ਅੱਧਾ ਪੇਜ ਤੇ ਫਿਰ ਫੁੱਟ ਨੋਟ ਹੋ ਜਾਣਾ। ਸੋ ਤੁਸੀਂ ਜਿਹੜੇ ਵੀ ਨਵੇਂ ਲਫ਼ਜ਼ ਬਣਾਏ ਨੇ ਨਾ, ਉਹਨਾਂ ਨੂੰ ਤੁਸੀਂ ਪਹਿਲਾਂ ਹੀ ਲਾਈਕ ਚੈਪਟਰ, ਮਤਲਬ ਕਿ ਬਿਫੋਰ ਯੂ ਸਟਾਰਟ ਇਟ, ਉਹਨੂੰ ਪ੍ਰੀ ਕਰਕੇ ਕੁਛ ਵਟਐਵਰ, ਤੇ ਤੁਸੀਂ ਉਹਦੇ ਵਿੱਚ ਸਾਰੇ ਲਫ਼ਜ਼ ਕਰਕੇ, ਤੇ ਫਿਰ ਜਦ ਤੁਸੀਂ ਚੈਪਟਰ ਲਿਖੋਗੇ ਤੇ ਇਹਨਾਂ ਜਿਹੜੇ ਤੁਸੀਂ ਇਹ ਸਪੈਸੀਫਿਕ ਲਫ਼ਜ਼ ਬਣਾਏ ਨੇ ਉਹਨਾਂ ਨੂੰ ਬੋਲਡ ਕਰ ਲਿਆ ਜੇ। ਚਲੋ ਠੀਕ ਹੈ। So people go back and look at it. ਪਹਿਲਾਂ ਤੁਹਾਨੂੰ ਦੱਸਣਾ ਪੈਣਾ, ਪਿੱਛੇ ਨਹੀਂ ਜਾਣਾ। ਪਹਿਲਾਂ ਦੱਸੋ ਕਿ ਵੀ ਤੁਸੀਂ ਸੁਜੈਸਟ ਕਰਦੇ ਹੋ ਕਿ ਵੀ ਤੁਸੀਂ ਇਹ ਕਿਤਾਬ ਪੜ੍ਹਨ ਤੋਂ ਪਹਿਲਾਂ ਇਹਨਾਂ ਲਫ਼ਜ਼ਾਂ ਤੇ ਗੌਰ ਕਰ ਲਓ ਤਾਂ ਕਿ ਇਹ ਲਫ਼ਜ਼। ਹਾਂ ਡਾਕਟਰ ਸਾਹਿਬ ਇੰਟਰਸਟਿੰਗ ਦਾ ਜੀ ਸਵਾਦੀ ਅਗਰ ਤੁਸੀਂ ਲੈਂਦੇ ਹੋ ਤੇ ਉਹ ਟੇਸਟ ਬਡਲ ਚਲਾ ਜਾਂਦਾ ਜੀ। ਉਹ ਤਾਂ ਦਿਲਚਸਪ ਹੈ ਨਾ, ਜਿਹਦੇ ਚ ਇੰਟਰਸਟ ਕੋਈ ਮਤਲਬ ਹੈ ਕਿ ਉਹਦੇ ਲਈ ਕੋਈ ਸਪੈਸ਼ਲ ਫੀਲਿੰਗਸ ਆਣਾ। ਵੈਸੇ ਦਿਲਚਸਪ ਦਾ ਜਿਹੜਾ ਨਾ ਇੰਟਰਸਟਿੰਗ, ਤੁਸੀਂ ਦਿਲਚਸਪ ਨਾ ਦੇਖੋ, ਤੁਸੀਂ ਇੰਟਰਸਟਿੰਗ ਦੇਖੋ। ਜਿਹੜਾ ਇੰਟਰਸਟਿੰਗ ਦਾ ਤਰਜਮਾ, ਜਿਹੜਾ ਇੰਟਰਸਟਿੰਗ ਦਾ ਤਰਜਮਾ ਕੀਤਾ ਗਿਆ ਨਾ ਦਿਲਚਸਪ, ਉਹ ਵੀ ਤੇ ਅਪਰੋਕਸੀਮੇਸ਼ਨ ਹੈ ਨਾ, ਯਾਨੀ ਦਿਲ ਨੂੰ ਚਿਪਕਣ ਵਾਲੀ ਚੀਜ਼।
ਇੰਟਰਸਟਿੰਗ ਦਾ ਜਿਹੜਾ ਜਦੋਂ ਤੁਸੀਂ ਤਰਜਮਾ ਕਰਦੇ ਹੋ ਦਿਲਚਸਪ, ਤੇ ਦਿਲਚਸਪ ਦਾ ਮਤਲਬ ਦਿਲ ਤੇ ਚਪਕ ਗਈ ਚੀਜ਼, ਤੇ ਉਹ ਇੰਟਰਸਟਿੰਗ ਤੇ ਨਹੀਂ ਹੈ, ਉਹ ਅਪਰੋਕਸੀਮੇਸ਼ਨ ਹੈ। ਡਾਕਟਰ ਸਾਹਿਬ ਜੇ ਕਹੋ ਸ਼ੌਕੀਆ ਉਸ ਚੀਜ਼ ਨੂੰ, ਨਹੀਂ ਨਹੀਂ ਨਾ ਸ਼ੌਕੀਆ ਨਾ ਨਾ ਨਹੀਂ, ਉਹ ਤਾਂ ਬਿਲਕੁਲ ਗਲਤ ਹੋ ਜਾਣਾ। ਨਹੀਂ ਸ਼ੌਕੀਆ ਨਹੀਂ। ਸਰ ਸਵਾਦੀ ਤੁਸੀਂ ਹੋਰ ਇਹਨੂੰ ਕਹਿ ਰਹੇ ਸੁੱਟ ਨਹੀਂ ਸੀ। ਵਾ। ਦਿਲ ਲੁਭਾਉਣੀ, ਲੁਭਾਉਣ ਵਾਲੀ ਨੂੰ ਲੁਭਾਣਾ ਜਾਂ ਲੁਭਾਊ। ਨਹੀਂ ਇਹਦਾ ਇਹ ਕੋਈ ਏਡਾ ਕੀ ਕਿਉਂਕਿ ਇਹ ਮੈਂ ਇਸ ਵਾਸਤੇ ਕੀਤਾ ਸੀ ਕਿ ਇਹ ਕੋਈ ਕੀ ਕਨਸੈਪਟ ਤੇ ਹੈ ਨਹੀਂ ਹੈ। ਨਹੀਂ, ਹਾਂ ਬਿਲਕੁਲ। ਇਹ ਤੇ ਇੱਕ ਡਿਸਕ੍ਰਿਪਸ਼ਨ ਦਾ ਛੋਟਾ ਜਿਹਾ ਹਿੱਸਾ ਹੈ। ਹੁਣ ਪ੍ਰੋਬਲਮ ਕਿਉਂਕਿ- ਇਜ਼ ਵੀ ਆਰ ਫੇਸਿੰਗ ਕਿਉਂਕਿ ਇਜ਼ ਜਿਹੜਾ ਹੈ ਨਾ, ਜਿਹੜੀ ਬਹੁਤ ਧਿਆਨ ਨਾਲ ਜਿਨ੍ਹਾਂ ਚੀਜ਼ਾਂ ਨੂੰ ਲਿਖਣਾ ਚਾਹੀਦਾ, ਉਹ ਹੈ ਜਿਹੜੀ ਕੀ ਟਰਮੀਨੋਲੋਜੀ ਹੈ। ਅੱਛਾ, ਤੁਸੀਂ ਜਦੋਂ ਥਿਉਰੀ ਦਾ ਲਿਖੋਗੇ ਨਾ ਸ਼ੁਰੂ ਦੇ ਵਿੱਚ ਤੁਸੀਂ ਨਜ਼ਰੀਆ / ਸਿਧਾਂਤ ਐ ਲਿਖਣਾ। ਹਾਂ ਮੈਂ ਲਿਖ ਦਿਆਂਗਾ। ਇਦਾਂ ਕਰਕੇ ਲਿਖਿਆ। ਜੇ ਜਿਹੜੇ ਦੋ ਲਫ਼ਜ਼ ਨੇ ਨਾ, ਇਹਨਾਂ ਨੂੰ ਤੁਸੀਂ ਉੱਥੇ ਹੀ ਸ਼ੁਰੂ ਦੇ ਵਿੱਚ ਹੀ ਸਲੈਸ਼ ਕਰਕੇ ਕਰ ਦਿਓ ਠੀਕ ਹੈ। ਕਿ ਦੋਨੋਂ ਪਾਸੇ ਵਾਲੇ ਲੋਕ। ਸਿਧਾਂਤ ਦਾ ਮਤਲਬ ਹੈ ਕਿ ਅਸੂਲ, ਰੂਲ, ਤੇ ਜਾਂ ਥਿਉਰੀ law। ਉਹੀ ਹੋਏ। ਹਾਂ, ਥਿਊਰੀ ਤੇ ਇੱਕ ਕਿਸਮ ਦੀ ਮਤਲਬ ਕਿ ਪ੍ਰੋਪੋਜੀਸ਼ਨ ਟਾਈਪ ਚੀਜ਼ ਹੈ। ਨਹੀਂ ਉਹ ਠੀਕ ਹੈ, ਸਿਧਾਂਤ ਠੀਕ ਹੈ, ਇਹ ਤੇ ਬਾਅਦ ਚ ਕਰਾਂਗੇ, ਲੇਕਿਨ ਸਿਧਾਂਤ ਮੇਰੇ ਖਿਆਲ ਠੀਕ ਹੈ। ਪਰ ਉਹ ਤੁਸੀਂ ਦੋਨੋਂ ਲਫ਼ਜ਼ ਨਾ ਸਲੈਸ਼ ਕਰ ਦਿਓ। ਠੀਕ ਉਹਨਾਂ ਡਾਕਟਰ ਤੇ ਸਾਹਿਬ ਜਿਹੜਾ ਤੁਸੀਂ ਇੱਕ ਨਾ ਵਾਰੀ ਨਾ ਉਹ ਜਿਹੜੀ ਮੇਰੀ ਕਿਤਾਬ ਦੀ ਲਫ਼ਜ਼ਾਲੀ ਆ ਉਹ ਵੀ ਦੇਖ ਹਾਂ ਲਿਓ। ਉਸ 'ਚ ਹਾਂ, ਮੈਂ ਕਾਫੀ ਦੇਖ ਇਹ ਲਾਂਗਾ ਲਫ਼ਜ਼ ਜੀ। ਕੀਤੇ ਹੋਏ ਆ ਨੇ। ਅੱਛਾ ਮੈਂ ਅੱਜ ਦੇਖਾਂਗਾ, ਹਾਂ ਮੇਰੇ ਕੋਲ ਹੈਗੀ ਹੈ। ਹਾਂ। ਅੱਛਾ ਜੀ, ਹੁਣ ਤੁਸੀਂ ਵੈਸੇ ਜੇ ਕੋਈ ਹੋਰ ਲਫ਼ਜ਼ ਆਵੇ ਤੇ ਮੈਨੂੰ ਤੁਸੀਂ ਲਿਖ ਦੇਣਾ। ਠੀਕ ਤੇ ਹੈ। ਜੀ। ਹੁਣ ਜੋ ਇਹਦੇ ਵਿੱਚ ਕਿਹਾ ਗਿਆ, ਹੁਣ ਤੁਸੀਂ ਉਹਦੇ ਤੇ ਗੱਲ ਥੋੜੀ ਜਿਹੀ ਕਰੋ। ਜਸਪਾਲ ਸਰ ਹੀ ਕਰਨਗੇ ਜਾਂ ਨੂਰ ਸਰ ਕਰਨਗੇ? ਨਹੀਂ ਜੀ ਨਹੀਂ। ਨਹੀਂ ਜੀ, ਇਹ ਤਾਂ ਜਸਪਾਲ ਸਾਹਿਬ ਵੀ ਕੁਝ ਕਰ ਸਕਦੇ ਸਰ। ਸਾਨੂੰ ਤਾਂ ਲਿਖ ਕੇ ਭੇਜੋਗੇ ਤਾਂ ਅਸੀਂ ਕੋਈ 2-4 ਦਫਾ ਪੜ੍ਹ ਕੇ ਭਾਵੇਂ ਕੁਝ ਕਹਿ ਲਈਏ। ਇਹ ਤਾਂ ਮੈਂ ਤਾਂ ਡਾਕਟਰ ਸਾਹਿਬ ਕੋਈ 100 ਫੁੱਟ ਲੰਮਾ ਡੰਡਾ ਹੋਵੇ ਨਾ ਜੇ ਮੇਰੇ ਕੋਲ, ਤੇ ਉਹਦੇ ਨਾਲ ਹੀ ਟੱਚ ਕਰ ਸਕਦਾ। ਉਦਾਂ ਇਹ ਗੱਲ ਜਿਹੜੀ ਆ ਬੜੀ ਬਾਰੀਕ ਹੈ। ਅੱਛਾ ਹਾਂਜੀ, ਬਹੁਤ ਬੜੀ ਗੱਲ ਹੈ ਜੀ। ਇਹ ਤਾਂ 100 ਫੁੱਟ ਡੰਡੇ ਨਾਲ ਹੀ ਟੱਚ ਕਰਨ ਵਾਲੀ ਗੱਲ ਹੈ। ਦੇਖੋ ਕੋਈ ਰੌਲਾ ਨਹੀਂ ਹੈਗਾ ਡਾਕਟਰ ਸਾਹਿਬ, ਅਸੀਂ ਲਫ਼ਜ਼ਾਂ ਤੋਂ ਘਬਰਾ ਗਏ ਹਾਂ। ਐਡਾ ਨਹੀਂ ਕੋਈ ਰੌਲਾ। ਤੁਸੀਂ ਇੱਕ ਅੱਧੀ ਵਾਰ ਪੜਾਂਗੇ ਨਾ ਤੇ ਨਹੀਂ ਐਡੇ ਵੀ ਡਲ ਨਹੀਂ। ਕਿਉਂ ਨੂਰ ਸਰ? ਨਹੀਂ ਆਪਾਂ ਦੋਨਾਂ ਨੇ ਅੱਛਾ ਪੜ੍ਹ ਜੀ, ਲੈਣਾ। ਮੈਂ ਤੁਹਾਨੂੰ ਇੱਕ ਬੜੇ ਸੌਖੇ ਤਰੀਕੇ ਦੇ ਨਾਲ ਸਮਰੀ ਦੇਣਾ ਹੈ ਇਹ ਸਾਰੇ ਚੈਪਟਰ ਦੀ। ਸਮਰੀ ਇਹ ਹੈਗੀ ਹੈ ਕਿ ਜਿਹੜਾ ਅਰਸਤੂ ਹੈ, ਅਰਸਤੂ ਇਹ ਮੰਨਦਾ ਸੀ ਕਿ ਜ਼ਮੀਨ ਜਿਹੜੀ ਹੈ ਉਹ ਫਲੈਟ ਹੈ ਔਰ ਉਹ ਯੂਨੀਵਰਸ ਦੇ ਸੈਂਟਰ ਵਿੱਚ ਹੈ। ਜਿਹੜੀ ਇਹ ਫਲੈਟ ਜ਼ਮੀਨ ਹੈ, ਜਿਹੜੇ ਬਾਕੀ ਸਾਰੇ ਜਿਹੜੇ ਪਲੈਨਟਸ ਨੇ ਉਹ ਇਸ ਜ਼ਮੀਨ ਦੇ ਦੁਆਲੇ ਘੁੰਮਦੇ ਨੇ। ਇੱਕ ਗੱਲ। ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਸੰਸਾਰ ਹੈ ਇਹ ਐਬਸੋਲੂਟ ਹੈ, ਯਾਨੀ ਇਹ ਹਮੇਸ਼ਾ ਤੋਂ ਕਾਇਮ ਹੈ, ਹਮੇਸ਼ਾ ਕਾਇਮ ਰਹੇਗਾ। ਇਹ ਹਮੇਸ਼ਾ ਲਈ ਫਿਕਸਡ ਹੈ। ਇਹ ਹਮੇਸ਼ਾ ਲਈ ਫਿਕਸ ਹੈ ਔਰ ਇਹਦੇ ਅੰਦਰ ਜੋ ਕੁਝ ਹੋ ਰਿਹਾ ਉਹ ਫਿਕਸ ਹੈ। ਇਹ ਸੀ ਅਰਸਤੂ ਦੀ ਥਿਊਰੀ। ਇਹ ਲੌਜਿਕ ਕੋ ਜਨਮ ਪ੍ਰਧਾਨ ਵਾਲੇ ਵੀ ਦਿੰਦੇ ਸੀ ਨਾ ਹਿੰਦੁਸਤਾਨ। ਬਿਲਕੁਲ। ਅੱਛਾ, ਉਸ ਇੱਕ ਤੋਂ ਵਾਰੀ ਬਾਅਦ ਇਹਦਾ ਜਨਮ ਹੋ ਗਿਆ ਤੇ ਉਹਦੇ ਬਾਅਦ ਇਹਨੇ ਐਵੇਂ ਹੀ ਰਹਿਣਾ। ਉਸ ਤੋਂ ਬਾਅਦ ਆ ਗਿਆ ਪਟਾਲਮੀ। ਠੀਕ ਨੀ? ਤੇ ਪਟਾਲਮੀ ਨੇ ਕਿਹਾ ਕਿ ਜਿਹੜਾ ਅਰਸਤੂ ਦਾ ਬੇਸਿਕ ਨਜ਼ਰੀਆ ਹੈ ਉਹਨੂੰ ਹੀ ਉਹਨੇ ਦੂਸਰੀ ਸਦੀ ਦੇ ਵਿੱਚ ਉਹਨੇ ਜਿਹੜਾ ਉਹਨੂੰ ਇੰਪਰੋਵਾਈਜ਼ ਕੀਤਾ ਤੇ ਉਹਨੇ ਕਿਹਾ ਕਿ ਇਹ ਗੋਲ ਦਾਇਰੇ ਵਿੱਚ ਘੁੰਮਦੇ ਨੇ ਉਹਦੇ ਜ਼ਮੀਨ ਦੇ ਗਿਰਦ। ਤੇ ਉਹਨੇ ਕਿਹਾ ਕਿ 8 ਜਿਹੜੇ ਨੇ ਉਹ ਪਲੈਨਟਸ ਨੇ ਜਿਹੜੇ ਘੁੰਮਦੇ ਨੇ। ਅੱਛਾ, ਲੇਕਿਨ ਇਹ ਹੈ ਕਿ ਇਹਦੇ ਨਾਲ ਥੋੜਾ ਜਿਹਾ ਜਿਹੜਾ ਉਹ ਫਰਕ ਇਹ ਪਿਆ ਕਿ ਜਿਵੇਂ ਉਹਨੇ ਕਿਹਾ ਸੀਗਾ ਪਟਾਲਮੀ ਨੇ, ਜਿਵੇਂ ਦਾ ਜਿਹੜਾ ਮਾਡਲ ਸੀ ਉਹਦੇ ਨਾਲ ਪ੍ਰਿਡਿਕਸ਼ਨ ਜਿਹੜੀਆਂ ਨੇ ਉਹ
ਜਿਹੜੀਆਂ ਯੂਨੀਵਰਸਲ ਬਾਡੀਜ਼ ਦੀ ਜਿਹੜੀ ਕਿ ਉਹ ਕਿੱਥੇ ਕਿਸ ਵੇਲੇ ਹੋਣਗੇ ਉਹਨਾਂ ਦੀ ਜਿਹੜੀ ਪ੍ਰੈਡਿਕਸ਼ਨ ਕੀਤੀ ਜਾ ਸਕਦੀ ਸੀ। ਲੇਕਿਨ ਜਿਹੜਾ ਪਟਾਲਮੀ ਹੈ ਉਹਨੇ ਇੱਕ ਅਜ਼ੰਪਸ਼ਨ ਜਿਹੜੀ ਕਿ ਉਹਦੇ ਸਿਸਟਮ ਦੇ ਵਿੱਚ ਵੀ ਫਿੱਟ ਨਹੀਂ ਸੀ ਹੁੰਦੀ, ਉਹਨੇ ਇਹ ਰੱਖੀ ਕਿ ਜਿਹੜਾ ਚੰਦ ਹੈ ਇਹ ਸਾਲ ਵਿੱਚ ਦੋ ਵਾਰੀ ਜ਼ਮੀਨ ਦੇ ਦੁਗਣਾ ਨੇੜੇ ਹੋ ਜਾਂਦਾ ਹੈ। ਮਤਲਬ ਪਹਿਲੇ ਤਾਂ ਉਹਨੇ ਕਿਹਾ ਸੀ ਨਾ ਕਿ ਆਪਣੀ ਆਪਣੀ ਥਾਂ ਤੇ ਗੋਲ ਚੱਕਰ ਲਾਉਂਦੇ ਰਹਿੰਦੇ ਨੇ, ਤੇ ਫਿਰ ਉਹਨੇ ਜਿਹੜੀ ਆਬਜ਼ਰਵੇਸ਼ਨ ਜਿਹੜੀਆਂ ਸਨ ਉਹਨਾਂ ਦੇ ਮੁਤਾਬਕ ਨਹੀਂ ਆ ਰਹੀ ਸੀ, ਤੇ ਉਹਨੇ ਇਹ ਅਜ਼ੰਪਸ਼ਨ ਜਿਹੜੀ ਰੱਖੀ ਕਿ 2 ਵਾਰੀ ਚੰਦ ਜਿਹੜਾ ਹੈ ਉਹ ਜ਼ਮੀਨ ਦੇ ਲਾਗੇ ਆ ਜਾਂਦਾ ਹੈ। ਇਹ ਸੀ ਇਹਨਾਂ ਦਾ ਮਾਡਲ। ਲੇਕਿਨ ਕੋਪਰਨਿਕਸ ਤੋਂ ਇਹ ਸ਼ੁਰੂ ਹੋਇਆ ਕਿ ਨਹੀਂ, ਜ਼ਮੀਨ ਸੈਂਟਰ ਵਿੱਚ ਨਹੀਂ ਹੈ, ਸੂਰਜ ਸੈਂਟਰ ਵਿੱਚ ਹੈ। ਹੁਣ ਇਹ ਸੂਰਜ ਸੈਂਟਰ ਵਿੱਚ ਵਾਲਾ ਜਿਹੜਾ ਫਲਸਫਾ ਹੈ ਇਹ ਕੋਪਰਨਿਕਸ ਤੋਂ ਸ਼ੁਰੂ ਹੋਇਆ, ਜਿਹਨੂੰ ਕਿ ਕੈਪਲਰ ਤੇ ਗੈਲੀਲੀਓ ਨੇ ਅੱਗੇ ਵਧਾਇਆ। ਉਹਨਾਂ ਨੇ ਕਿਹਾ ਕਿ ਇਹ ਉਹਨਾਂ ਇਸ ਦੇ ਬਾਵਜੂਦ ਐਲਾਨ ਕੀਤਾ ਜੋ ਉਹਦਾ ਘੁਮਾ ਦਾ 4 ਅੱਛਾ ਮਤਲਬ ਇਹ ਹੈ ਕਿ ਜਿਹੜਾ ਕੋਪਰਨਿਕਸ ਨੇ ਜਿਹੜਾ ਦਿੱਤਾ ਸੀ ਉਹਦੇ ਮਾਡਲ ਜਿਹੜਾ ਸੀ ਉਹ ਆਬਜ਼ਰਵੇਸ਼ਨ ਦੇ ਮੁਤਾਬਕ ਨਹੀਂ ਹੈਗਾ ਸੀ। ਅੱਛਾ, ਇਹ ਜਿਹੜੀ ਹੈ ਉਹ ਗੈਲੀਲੀਓ ਨੇ ਜਦੋਂ ਆਪਣਾ ਦੂਰਬੀਨ ਨਾਲ ਯਾਨੀ ਸਟੈਟੋਸ ਕੀ ਕਹਿੰਦੇ ਨੇ ਜੀ, ਟੈਲੀਸਕੋਪ ਉਹਨੇ ਜਦੋਂ ਟੈਲੀਸਕੋਪ ਨਾਲ ਉਹਨੇ ਵੇਖਿਆ ਤੇ ਉਹਨੇ ਵੇਖਿਆ ਕਿ ਜਿਹੜਾ ਜੁਪੀਟਰ ਹੈ, ਜੁਪੀਟਰ ਜਿਹੜਾ ਹੈ ਉਹਦੇ ਗਿਰਦ ਵੀ ਜਿਵੇਂ ਜ਼ਮੀਨ ਦੇ ਗਿਰਦ ਚੰਦ ਨੇ, ਉਹਦੇ ਗਿਰਦ ਵੀ ਚੰਦ ਨੇ ਜਿਹੜੇ ਘੁੰਮਦੇ ਨੇ। ਠੀਕ ਹੈ ਜੀ, ਦੂਜਾ ਇਹ ਹੋ ਗਿਆ। ਇਸ ਤੋਂ ਫਿਰ ਅੱਗੇ ਲੇਕਿਨ ਇਹ ਅਜੇ ਤੱਕ ਨਹੀਂ ਸੀ ਪਤਾ ਲੱਗਾ ਕਿ ਇਹ ਜਿਹੜੇ ਘੁੰਮਦੇ ਨੇ ਇਹ ਕਿਸ ਵਜ੍ਹਾ ਤੋਂ ਘੁੰਮਦੇ ਨੇ ਔਰ ਇਹ ਕਿਉਂ ਇੱਕ ਇਕੁਇਲਿਬਰੀਅਮ ਦੇ ਵਿੱਚ ਰਹਿੰਦੇ ਨੇ। ਇਹਦਾ ਜਿਹੜਾ ਬੇਸਿਕਲੀ ਇਹਦਾ ਜਿਹੜਾ ਬਿਆਨ ਹੈ ਜਾਂ ਇਹਦੀ ਜਿਹੜੀ ਇਹਨੂੰ ਜਿਹੜਾ ਐਕਸਪਲੇਨ ਕੀਤਾ ਉਹ ਨਿਊਟਨ ਨੇ ਆਪਣੀ ਗ੍ਰੈਵਿਟੀ ਦੇ ਖਿੱਚ ਦੇ ਨਜ਼ਰੀਏ ਨਾਲ ਪੇਸ਼ ਕੀਤਾ। ਅੱਛਾ, ਹੁਣ ਅਗਲੀ ਜਿਹੜੀ ਗੱਲ ਜਿਹੜੀ ਤੁਹਾਨੂੰ ਥੋੜੀ ਮੁਸ਼ਕਿਲ ਲੱਗੀ ਹੋਊਗੀ ਉਹ ਮੈਂ ਤੁਹਾਨੂੰ ਸਮਝਾ ਦੇਣਾ ਉਹ ਕੀ ਨਹੀਂ ਹੈ। ਨਿਊਟਨ ਦਾ ਇਹ ਸੀ ਕਿ ਜੇ ਇੱਕ ਤੇ ਗੱਲ ਇਹ ਹੋ ਗਈ ਨਿਊਟਨ ਦੇ ਨਜ਼ਰੀਏ ਨਾਲ ਕਿ ਜੇ ਗ੍ਰੈਵਿਟੀ ਜਿਹੜੀ ਹੈ ਉਹ ਹਰ ਬਾਡੀ ਨੂੰ ਖਿੱਚ ਰਹੀ ਹੈ, ਇਹਦਾ ਮਤਲਬ ਹੈ ਕਿ ਕੋਈ ਬਾਡੀ ਵੀ ਸਟੈਟਿਕ ਨਹੀਂ ਹੋ ਸਕਦੀ ਜਿਵੇਂ ਪਹਿਲੇ ਮੰਨਿਆ ਜਾਂਦਾ ਸੀ। ਕੋਈ ਬਾਡੀ ਵੀ ਜਿਹੜੀ ਸੂਰਜ ਵੀ ਬਾਕੀ ਵੀ ਕੋਈ ਸਟੈਟਿਕ ਨਹੀਂ ਹੋ ਸਕਦੀ, ਉਹ ਆਪਣੇ ਆਪ 'ਚ ਵੀ ਘੁੰਮ ਰਹੀਆਂ ਨੇ ਤੇ ਉਹ ਸੂਰਜ ਦੇ ਦੁਆਲੇ ਵੀ ਘੁੰਮ ਰਹੀਆਂ ਨੇ। ਅੱਛਾ, ਇਹਦੇ ਇੱਕ ਬਾਰੀਕ ਜਿਹੜਾ ਨੁਕਤਾ ਹੈ ਉਹ ਇਹ ਹੈਗਾ ਕਿ ਸਵਾਲ ਇਹ ਹੈਗਾ ਕਿ ਜੇ ਗ੍ਰੈਵਿਟੀ ਜਿਹੜੀ ਬਾਡੀਜ਼ ਨੇ ਯਾਨੀ ਜਿਹੜੀਆਂ ਅਸਮਾਨੀ ਬਾਡੀਜ਼ ਨੇ ਉਹਨਾਂ ਨੂੰ ਇੱਕ ਦੂਜੇ ਨੂੰ ਆਪਣੇ ਵੱਲ ਖਿੱਚਦੀਆਂ ਨੇ, ਤੇ ਇਸ ਤਰ੍ਹਾਂ ਕਿਉਂ ਨਹੀਂ ਹੁੰਦਾ ਕਿ ਉਹ ਖਿੱਚ ਕੇ ਇੱਕ ਦੂਜੇ ਵਿੱਚ ਵੱਜਣ ਤੇ ਉੱਥੇ ਹੀ ਢਹਿ ਜਾਣ ਸਾਰੀਆਂ ਕਿਸੇ ਇੱਕ ਨੁਕਤੇ ਤੇ। ਠੀਕ, ਇਹ ਗੱਲ ਸਮਝ ਆ ਗਈ ਤੁਹਾਡੀ? ਜੀ ਦੇਖੋ ਨਾ, ਜੇ ਤੁਸੀਂ ਜੀ ਡਾਕਟਰ ਸਾਹਿਬ, ਹਾਂ ਠੀਕ ਹੈ ਨਾ, ਆ ਗਈ ਜੀ। ਅੱਛਾ, ਲੇਕਿਨ ਮੈਂ ਵਿਚਲਾ ਹਿੱਸਾ ਛੱਡ ਦੇਣਾ, ਆਖਰ ਤੇ ਚੱਲ ਜਾਣਾ। ਲੇਕਿਨ ਉਹਨਾਂ ਨੇ ਕਿਹਾ ਕਿ ਜਿਹੜੀਆਂ ਬਾਡੀਜ਼ ਦੂਰ ਨੇ, ਬਹੁਤ ਹੀ ਡਿਸਟੈਂਸ ਨੇ, ਉਹ ਰਿਪਲਸ ਕਰਦੀਆਂ ਨੇ, ਉਹ ਗ੍ਰੈਵਿਟੇਟ ਨਹੀਂ ਕਰਦੀਆਂ, ਉਹ ਰਿਪਲਸ ਕਰਦੀਆਂ ਨੇ। ਸਮਝ ਗਿਆ? ਉਹ ਰਿਪਲਸ ਕਰਦੀਆਂ ਨੇ, ਨੇੜੇ ਦੀਆਂ ਜਿਹੜੀਆਂ ਨੇ ਉਹ
ਉਹ ਅਟਰੈਕਟ ਕਰਦੀਆਂ ਨੇ, ਤੇ ਉਹ ਜਿਹੜੀ ਰਿਪਲਸ਼ਨ ਤੇ ਅਟਰੈਕਸ਼ਨ ਹੈ ਉਹ ਇੱਕ ਦੂਜੇ ਦਾ ਤੋੜ ਬਣ ਜਾਂਦੀ ਹੈ, ਤੇ ਉਹ ਚੀਜ਼ ਬੈਲੈਂਸ ਚ ਰਹਿੰਦੀ ਹੈ। ਮੈਂ ਬਹੁਤ ਆਸਾਨ ਤਰੀਕੇ ਨਾਲ ਤੁਹਾਨੂੰ ਸਮਝਾ ਰਿਹਾ, ਸਮਝ ਆ ਗਈ ਗੱਲ? ਹਾਂਜੀ। ਅੱਛਾ, ਲੇਕਿਨ ਨਿਊਟਨ ਵੀ ਜਿਹੜਾ ਸੀ ਉਹ ਸਪੇਸ ਔਰ ਟਾਈਮ ਨੂੰ ਐਬਸੋਲੂਟ ਮੰਨਦਾ ਸੀ। ਇਹ ਹੁਣ ਮੈਂ ਅਗਲਾ ਜਦੋਂ ਚੈਪਟਰ ਪੜਾਂਗਾ ਤੇ ਉਹਦੇ ਵਿੱਚ ਇਹ ਗੱਲ ਆਉਣੀ ਆ, ਤੇ ਉਹ ਫਿਰ ਮੈਂ ਉਦੋਂ ਕਰਾਂਗਾ, ਅੱਜ ਨਹੀਂ ਕਰਾਂਗਾ। ਤੇ ਸਪੇਸ ਔਰ ਟਾਈਮ ਦੇ ਐਬਸੋਲੂਟ ਹੋਣ ਦਾ ਕੀ ਮਤਲਬ ਹੈ, ਲੇਕਿਨ ਉਹ ਐਬਸੋਲੂਟ ਮੰਨਦਾ ਸੀ। ਲੇਕਿਨ ਇਹ ਹੈ ਕਿ ਇਹ ਜਿੱਥੋਂ ਤੁਸੀਂ ਸਵਾਦਲੀ ਗੱਲ ਵਾਲਾ ਲਫ਼ਜ਼ ਆਇਆ ਸੀ ਨਾ, ਕਿ ਅਜੇ ਇਹ ਸਾਬਤ ਨਹੀਂ ਸੀ ਹੋਇਆ, ਅਜੇ ਇਹ ਨਹੀਂ ਸੀ ਸਵਾਲ, ਕਿਸੇ ਨੇ ਸਵਾਲ ਨਹੀਂ ਸੀ ਚੁੱਕਿਆ ਕਿ ਇਹ ਜਿਹੜਾ ਯੂਨੀਵਰਸ ਹੈ, ਕਿਆ ਇਹ ਐਕਸਪੈਂਡ ਕਰ ਰਿਹਾ ਜਾਂ ਇਹ ਸ਼ਰਿੰਕ ਕਰ ਰਿਹਾ। ਐਕਚੁਅਲੀ ਕਾਂਟ ਨੇ 1755 ਸੁਜੈਸਟ ਕੀਤਾ ਸੀਗਾ ਜੀ, ਮੈਨੂੰ ਪਤਾ ਕਿ ਉਹ ਜਿਹੜੀ ਨੈਬੂਲਰ ਹਾਈਪੋਥੀਸਿਸ ਆ ਉਹਦੇ ਕਿ ਛੋਟੇ ਛੋਟੇ ਪਾਰਟੀਕਲਸ ਨਾਲ ਯੂਨੀਵਰਸ ਬਣਦਾ, ਫਿਰ ਉਹਦੇ ਨਾਲ ਪਲੈਨਟ ਬਣਦੇ। ਆਹੋ, ਉਹ ਫਿਰ ਲਾਪਲਾਸ ਨੇ ਵੀ ਉਹ ਆ ਕੇ, ਤੇ ਹੁਣ ਕਾਸਮੋਲੋਜਿਸਟ ਕਹਿੰਦੇ ਵੀ ਬੇਸਿਕ ਇਨਸਾਈਟ ਜਿਹੜੀ ਕਾਂਟ ਦੀ ਸੀਗੀ ਉਹ ਸਹੀ ਸੀਗੀ। ਹਾਂ, ਕਾਂਟ ਨੂੰ ਕਾਫੀ ਕ੍ਰੈਡਿਟ ਦਿੱਤਾ ਜਾਂਦਾ ਉਸ ਇਨਸਾਈਟ ਦਾ, ਲੇਕਿਨ ਜਿਹੜੀ ਸਾਇੰਟੀਫਿਕ ਲੈਵਲ ਤੇ ਜਿਹੜੀ ਬ੍ਰੇਕ ਥਰੂ ਹੋਇਆ ਉਹ ਹਬਲ ਦੀ ਆਬਜ਼ਰਵੇਸ਼ਨ ਨਾਲ ਹੋਇਆ। ਹਾਂ, ਉਹਦਾ ਬਿਲਕੁਲ। ਤੇ ਜਿਹੜੀਆਂ ਗੈਲੈਕਸੀਜ਼ ਨੇ ਉਹ ਸਾਡੇ ਤੋਂ ਦੂਰ ਹੋ ਰਹੀਆਂ ਨੇ, ਦੂਰ ਜਾ ਰਹੀ। ਠੀਕ ਹੈ, ਇਸ ਦਾ ਮਤਲਬ ਇਹ ਹੋਇਆ ਕਿ ਅਗਰ ਉਹ ਦੂਰ ਹੋ ਰਹੀਆਂ ਨੇ ਤੇ ਇਸ ਦਾ ਮਤਲਬ ਇਹ ਹੋਇਆ ਕਿ ਜਿਹੜਾ ਯੂਨੀਵਰਸ ਹੈ ਉਹ ਫੈਲ ਰਿਹਾ ਹੈ ਜੀ। ਅੱਛਾ, ਅਗਰ ਉਹ ਯੂਨੀਵਰਸ ਜਿਹੜਾ ਉਹ ਸਾਡੇ ਤੋਂ ਦੂਰ ਹੋ ਰਹੀਆਂ ਤੇ ਉਹ ਯੂਨੀਵਰਸ ਫੈਲ ਰਿਹਾ ਹੈ, ਤੇ ਇਹਦਾ ਮਤਲਬ ਇਹ ਹੋਇਆ ਕਿ ਕਿਸੇ ਪੁਰਾਣੇ ਵੇਲੇ 'ਚ ਉਹ ਸਾਰੀਆਂ ਇੱਕ ਦੂਜੇ ਦੇ ਬਹੁਤ ਨੇੜੇ ਹੋਣਗੀਆਂ, ਜੋ ਕਿ ਨਾ ਹੁਣ ਜੋ ਦੂਰ ਹੋ ਰਹੀਆਂ ਤੇ ਫੈਲ ਰਿਹਾ, ਤੇ ਫਿਰ ਉਹ ਕਦੀ ਇੱਕ ਹੀ ਥਾਂ ਤੇ ਸਾਰੀਆਂ ਹੋਣਗੀਆਂ। ਉਹ ਕਹਿੰਦੇ ਨਾ ਕਾਸਮਿਕ ਇਨਫਲੇਸ਼ਨ, ਕਿ ਉਹ ਸਿੰਗੂਲੈਰਿਟੀ ਤੋਂ, ਹਾਂਜੀ, ਉਹ ਇੱਕ ਨੁਕਤੇ ਦੇ ਇੱਕ ਜਿਹੜਾ ਇੰਚ ਦਾ ਵੀ ਕੋਈ ਖਰਬ ਯਾਨੀ ਕੋਈ ਬਿਲੀਅਨਥ ਹਿੱਸਾ ਹੈ, ਉਹਦੇ ਵਿੱਚ ਉਹ ਨੁਕਤਾ ਸੀ। ਠੀਕ, ਜਿਹਨੂੰ ਕਹਿੰਦੇ ਪਲੈਂਕ ਸਪੇਸ, ਰਾਈਟ, ਬਹੁਤ ਹੀ ਛੋਟਾ। ਹਾਂਜੀ, ਤੇ ਉਹ ਫਟਿਆ, ਇਹਨੂੰ ਬਿਗ ਬੈਂਗ ਕਹਿੰਦੇ ਨੇ। ਉਹ ਫਟਿਆ ਤੇ ਉਹਦੇ ਫਟਣ ਦੇ ਨਾਲ ਪੂਰਾ ਜਿਹੜਾ ਯੂਨੀਵਰਸ ਹੈ ਉਹ ਕ੍ਰੀਏਟ ਹੋਣਾ ਸ਼ੁਰੂ ਹੋਇਆ ਔਰ ਐਕਸਪੈਂਡ ਹੋਣਾ ਸ਼ੁਰੂ ਹੋਇਆ। ਠੀਕ ਜੀਓ। ਤੇ ਜਿਹੜੀ ਆਪਣਾ ਗ੍ਰੈਵਿਟੀਵਿਟੀ ਦੀ ਜਨਰਲ ਗ੍ਰੈਵਿਟੀਵਿਟੀ ਦੀ ਥਿਊਰੀ ਹੈ, ਉਹ ਜਿਹੜੀਆਂ ਲਾਰਜ ਯੂਨੀਵਰਸ ਦੀਆਂ ਬਾਡੀਜ਼ ਨੇ ਉਹਨਾਂ ਨੂੰ ਸਟੱਡੀ, ਉਹਨਾਂ ਦੇ ਕਾਨੂੰਨ ਮਿਲਦੀ ਹੈ, ਤੇ ਜਿਹੜੀ ਆਪਣਾ ਕੁਆਂਟਮ ਮਕੈਨਿਕਸ ਹੈ ਉਹ ਜਿਹੜੀ ਜ਼ਰਰੇ ਯਾਨੀ ਇੱਕ ਪਾਰਟੀਕਲ ਦੀ ਕੋਈ ਬਿਲੀਅਨਥ ਜਾਂ ਟ੍ਰਿਲੀਅਨਥ ਹਿੱਸਾ ਹੈ, ਉਹਨੂੰ ਜਿਹੜੀ ਆ ਉਹ ਕਰਦੀ ਹੈ। ਸੋ ਇਹ ਇੱਕ ਮੋਟੀ ਜੀ ਗੱਲ ਜਿਹੜੀ ਹੈ ਨਾ, ਮੈਂ ਤੁਹਾਨੂੰ ਉਹਦੀ ਸਮਰੀ ਦੱਸ ਦਿੱਤੀ ਹੈ, ਤੇ ਬਹਿਸ ਤੇ ਖੈਰ ਜੇ ਕਰਨੀ ਹੈ ਤੇ ਕਰ ਲਓ। ਇਸ ਤੇ ਬਹਿਸ ਕੀ ਕਰਨੀ। ਪਰ ਇੱਕ ਗੱਲ ਹੈ ਡਾਕਟਰ ਸਾਹਿਬ, ਤੇ ਤੁਸੀਂ ਇਹਦੇ ਬਾਰੇ ਦੋ ਵਿਊਜ਼ ਹੈਗੇ ਆ ਜੀ। ਦੇਖੋ, ਐਰਨ ਕੱਟ ਦਾ ਵਿਊ ਇਹ ਹੈ ਕਿ ਮਲਟੀਵਰਸਸ ਹੈਗੇ, ਇੱਕ ਯੂਨੀਵਰਸ ਨਹੀਂ ਹੈ। ਨਹੀਂ, ਉਹ ਤੇ ਮੈਂ ਨਹੀਂ ਲਿਖਿਆ ਇਹ 'ਚ, ਲੇਕਿਨ ਉਹ ਤੇ ਕਹਿੰਦੇ ਨੇ ਜੀ ਬਿਲੀਅਨਸ ਆਫ ਯੂਨੀਵਰਸਸ ਨੇ। ਹਾਂ, ਔਰ ਜਿਹੜਾ ਸਾਡਾ ਸੂਰਜ ਹੈ ਇਸ ਤਰ੍ਹਾਂ ਦੇ ਬਿਲੀਅਨਸ ਆਫ ਸਨਸ ਨੇ, ਤੇ ਨਾਲੇ ਕਈ ਡਾਈਮੈਂਸ਼ਨਸ ਹੈਗੀਆਂ ਸਪੇਸ ਦੀਆਂ। ਰਾਈਟ। ਤੇ ਦੂਜਾ ਜਿਹੜਾ ਯੂਨੀਵਰਸ ਹੈ ਇਹ ਕਈ ਵਾਰ ਕ੍ਰੀਏਟ ਹੁੰਦਾ ਤੇ ਕਈ ਵਾਰ ਹੋਂਦ ਚ ਆਉਂਦਾ। ਜੀ। ਉਹ ਬਹਿਸ ਵੈਸੇ ਵੱਖਰੀ ਹੈ। ਨਹੀਂ, ਮੈਂ ਉਧਰ
ਮੈਂ ਉਧਰ ਨਹੀਂ ਨਾ ਗਿਆ। ਹਾਂ, ਮੈਨੂੰ ਪਤਾ ਹੈ ਕਿ ਉਹ ਬਹਿਸ ਜਿਹੜੀ ਹੈ ਉਹ ਕਿਤੇ ਹੋਰ ਹੋਣੀ ਚਾਹੀਦੀ ਹੈ, ਇੱਥੇ ਨਹੀਂ ਹੋਣੀ ਚਾਹੀਦੀ। ਹਾਂ, ਇੱਥੇ ਤੇ ਬੇਸਿਕ ਜਿਹੜੀਆਂ ਗੱਲਾਂ ਨੇ ਜੀ ਜੀ ਜੀ, ਬਿਲਕੁਲ। ਉਹਨਾਂ ਦਾ ਅਗਰ ਸਮਝ ਆ ਜਾਏ ਸਾਨੂੰ ਤੇ ਬੜੀ ਗੱਲ ਹੈ। ਚਲੋ ਜੀ ਡਾਕਟਰ ਸਾਹਿਬ, ਮੈਨੂੰ ਹੁਣ ਜਾਣਾ ਪੈਣਾ। ਅੱਛਾ ਜੀ, ਤੇ ਮੈਂ ਮੇਰੇ ਖਿਆਲ ਰਿਕਾਰਡਿੰਗ ਬੰਦ ਕਰ ਦਿੰਨੇ ਆ। ਠੀਕ ਹੈ ਜੀ, ਠੀਕ ਹੈ। ਹਾਂਜੀ।